ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਰ ਜੋਰੇ ਕਰਤਾਰ ਕੋ, ਬੰਧਨ ਕਰ ਸਿਰ ਨਿਆਏ। ਤਵ ਸਮਤਾਨੇ ਅਪਰ ਮੈਂ, ਅਤ ਉਤੰਗ ਪਦ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਜਗਤ ਗੁਰੂ 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਪਰਸ ਰਹੇ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਣੇ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਤਬਦੀਲ ਹੋ ਜਾਂਦੇ ਹਨ। ਸਤਿਗੁਰਾਂ ਦੇ ਦਰਸ਼ਨ ਕਰਕੇ, ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਲੜੀਵਾਰ ਚੱਲ ਰਹੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ, ਸਾਵਧਾਨ ਹੋ ਕੇ ਜੁੜ ਬੈਠੇ ਹੋ। ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਸਾਹਿਬਜ਼ਾਦੇ ਹਰ ਪ੍ਰਕਾਰ ਨਾਲ ਲਾਇਕ ਹਨ, ਪਰ ਤੁਸੀਂ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਦਾਸ ਵੱਲ ਵੱਧ ਰੁਖ ਕਰ ਰਹੇ ਹੋ। ਚਰਚਾ ਚੱਲ ਰਹੀ ਹੈ ਕਿ ਤੁਸੀਂ ਆਪਣੀ ਜੋਤ, ਆਪਣੀ ਕਲਾ ਆਪਣੇ ਦਾਸ ਵਿੱਚ ਵਿਦਮਾਨ ਕਰਨੀ। ਜਗਤ ਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਜਵਾਬ ਨਹੀਂ ਦਿੱਤਾ, ਪਰ ਮਾਤਾ ਸੁਲੱਖਣੀ ਜੀ ਨੂੰ ਪ੍ਰਗਟ ਕਰਕੇ ਵਿਖਾਇਆ ਕਿ ਅਸੀਂ ਆਪਣੇ ਸੇਵਕ ਨਾਲ ਵੱਧ ਹਿੱਤ ਕਿਉਂ ਕਰਦੇ ਹਾਂ। ਇੱਕ ਬਿੱਲੀ ਮੁਰਦਾ ਚੂਹੀ ਮਹਾਰਾਜ ਜੀ ਦੀ ਧਰਮਸ਼ਾਲਾ 'ਚ ਦਰਬਾਰ 'ਚ ਸੁੱਟ ਕੇ ਡਰ ਕੇ ਚਲੀ ਗਈ। ਪਾਤਸ਼ਾਹ ਨੇ ਬਾਬਾ ਸ਼੍ਰੀ ਚੰਦ ਜੀ, ਫਿਰ ਬਾਬਾ ਲਖਮੀ ਦਾਸ ਜੀ ਨੂੰ ਵਾਰੀ-ਵਾਰੀ ਕਿਹਾ ਕਿ ਮੁਰਦਾ ਚੂਹੀ ਇੱਥੋਂ ਚੁੱਕ ਕੇ ਬਾਹਰ ਸੁੱਟ ਆਓ। ਦੋਨੋਂ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਭਾਈ ਲਹਿਣਾ ਜੀ ਵੱਲ ਕੇਵਲ ਬਚਨ ਹੀ ਕੀਤਾ, ਹਾਲੇ ਅੱਧਾ ਬਚਨ ਮੁੱਖ ਵਿੱਚ ਸੀ। 7 ਬਚਨ ਕਹਿ ਕੇ ਉੱਠੇ ਤੇ ਚੁੱਕ ਕੇ ਬਾਹਰ ਸੁੱਟ ਆਏ। ਮਹਾਰਾਜ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਆਖਿਆ, ਸੁਲੱਖਣੀ ਜੀ ਇਹ ਨਿਰੰਕਾਰ ਦੀ ਦਾਤ ਹੈ, ਅਕਾਲ ਪੁਰਖ ਨੂੰ ਜਿਹੜਾ ਭਾਵੇਗਾ ਉਸੇ ਨੂੰ ਪ੍ਰਾਪਤ ਹੋਣੀ, ਇਹ ਤਾਂ ਸਾਡੇ ਵੀ ਵੱਸ ਨਹੀਂ। ਇੱਕ ਦਿਨ ਫਿਰ ਸਤਿਗੁਰਾਂ ਨੇ ਚੋਜ ਕੀਤਾ। ਕਹਿ ਦਾ ਇੱਕ ਕਟੋਰਾ ਸਤਿਗੁਰਾਂ ਦੇ ਹੱਥ ਵਿੱਚ ਸੀ, ਛੰਨਾ ਮਹਾਰਾਜ ਜੀ ਨੇ ਵਗਾ ਕੇ ਚਿੱਕੜ 'ਚ ਸੁੱਟ ਦਿੱਤਾ। ਸਾਹਿਬਜ਼ਾਦਿਆਂ ਨੂੰ ਕਿਹਾ, ਉਹਨਾਂ ਨੇ ਇਨਕਾਰ ਕਰ ਦਿੱਤਾ। ਫਿਰ ਸਤਿਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਤੇ ਝੱਟ ਜਾ ਕੇ ਛਾਲ ਮਾਰੀ ਤੇ ਉਹ ਛੰਨਾ ਬਾਹਰ ਕੱਢ ਕੇ ਧੋ ਕੇ ਸਤਿਗੁਰੂ ਸੱਚਾ ਨੂੰ ਭੇਟ ਕੀਤਾ। ਇਉਂ ਕਈ ਚੋਜ ਮਹਾਰਾਜ ਜੀ ਨੇ ਪ੍ਰਗਟ ਕੀਤੇ, ਵਿਖਾਏ। ਰਾਤ ਨੂੰ ਚਾਦਰਾ ਧੋਣ ਦਾ ਬਚਨ ਕਿਹਾ ਤਾਂ ਵੀ ਭਾਈ ਲਹਿਣਾ ਜੀ ਨੇ 7 ਬਚਨ ਕਹਿ ਕੇ ਚਾਦਰਾ ਧੋ ਕੇ ਲਿਆਂਦਾ। ਪੋਹ ਦੀਆਂ ਸਰਦ ਰਾਤਾਂ ਨੂੰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ, ਪੁਰਖਾ ਤੇਰੇ ਵਰਗਾ ਕੋਈ ਨਹੀਂ। ਭਾਈ ਲਹਿਣਾ ਜੀ ਤੁਸੀਂ ਧੰਨ ਹੋ। ਇਹ ਬਖਸ਼ਿਸ਼ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਖੀ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜਦੇ ਹੋਏ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਕਰ ਜੋਰੇ ਕਰਤਾਰ ਕੋ, ਬੰਧਨ ਕਰ ਸਿਰ ਨਿਆਏ। ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ ਪੁਰਖਾ ਉਸ ਕਰਤਾਰ ਨੂੰ ਹੱਥ ਜੋੜ ਕੇ ਉਸ ਕਰਤਾਰ ਦੇ ਚਰਨਾਂ ਵਿੱਚ ਸੀਸ ਨਵਾ ਕੇ ਬੰਦਨਾ ਕਰੋ। ਤਵ ਸਮਤਾ ਨੇ ਅਪਰ ਮੈਂ, ਅਤ ਉਤੰਗ ਪਦ ਪਾਏ। ਹੇ ਭਾਈ ਲਹਿਣਾ ਜੀ, ਤੁਸੀਂ ਐਸੀ ਉੱਚੀ ਪਦਵੀ ਨੂੰ ਪ੍ਰਾਪਤ ਕਰਨਾ ਹੈ ਕਿ ਤੁਹਾਡੀ ਸਮਤਾ, ਤੁਹਾਡੀ ਬਰਾਬਰੀ ਕੋਈ ਦੂਜਾ ਨਹੀਂ ਕਰ ਸਕਦਾ। ਜੋ ਪਈ ਸੁਨ ਲੈਣੇ ਗਏ ਪਦ ਅਰਬਿੰਦਾ। ਇਹ ਸੁਣ ਕੇ ਸਤਿਗੁਰਾਂ ਦੇ ਬਚਨ ਭਾਈ ਲਹਿਣਾ ਜੀ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਚਰਨ ਕਮਲ ਪਕੜੇ ਹਨ ਤਰਿਓ ਸੀਸ ਲੈ ਰਿਦੇ ਆਨੰਦਾ। ਔਰ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ, ਕਿਉਂਕਿ ਸਤਿਗੁਰੂ ਜੀ ਭਾਈ ਲਹਿਣਾ ਜੀ ਨੂੰ ਕਰਤਾਰ ਰੂਪ ਨਜ਼ਰ ਆਉਂਦੇ ਹਨ। ਮਹਾਰਾਜ ਜੀ ਨੇ ਆਖਿਆ ਕਰਤਾਰ ਨੂੰ ਬੰਦਨਾ ਕਰੋ ਸੀਸ ਨਵਾ ਕੇ, ਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਬੋਰੋ ਕਿਤਕ ਬਿਤਾਇਓ ਕਾਲਾ। ਇਸੇ ਤਰ੍ਹਾਂ ਕੁਝ ਕੁ ਸਮਾਂ, ਕੁਝ ਕੁ ਦਿਨ ਹੋਰ ਬਤੀਤ ਹੋ ਗਏ। ਸੇਵੇ ਸ੍ਰੀ ਗੁਰ ਚਰਨ ਰਸਾਲਾ। ਭਾਈ ਲਹਿਣਾ ਜੀ ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਰਸ ਭਰੇ ਚਰਨਾਂ ਨੂੰ ਸੇਵਦੇ ਹਨ। ਇੱਕ ਦਿਨ ਬੂੜੇ ਕੇ ਮਨ ਆਈ। ਸਤਿਗੁਰੂ ਜੀ ਦੇ ਦਰ ਘਰ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਗੁਰੂ ਸਾਹਿਬ ਦੀ ਸੇਵਾ ਵਿੱਚ ਇੱਥੇ ਹਾਜ਼ਰ ਸਨ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚੋਂ ਫੁਰਨਾ ਆ ਗਿਆ, ਓ ਪੀ ਸੇਵ ਕਰੋ ਅਧਿਕਾਈ। ਤੇ ਸੇਵਾ ਤਾਂ ਮੈਂ ਵੀ ਬਹੁਤ ਕਰਦਾ ਹਾਂ ਸਤਿਗੁਰਾਂ ਦੀ ਆਪਣਾ ਆਪ ਸਮਰਪਣ ਕਰਕੇ, ਸਦਾ ਰਹੋ ਆਇਸ ਅਨੁਸਾਰੀ। ਔਰ ਸਤਿਗੁਰੂ ਜੀ ਦੀ ਆਗਿਆ ਦੇ ਅਨੁਸਾਰੀ ਹੋ ਕੇ ਰਹਿੰਦਾ ਹਾਂ। ਤਦਪ ਕਿਰਪਾ ਲੈਣੇ ਪਰ ਭਾਰੀ। ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਲਹਿਣਾ ਜੀ ਉੱਤੇ ਵਿਸ਼ੇਸ਼ ਕਿਰਪਾ ਕਰਦੇ ਹਨ। ਸੁਭਾਵਕ ਜਿਵੇਂ ਸੂਖਸ਼ਮ ਜਿਹਾ ਫੁਰਨਾ ਆ ਜਾਂਦਾ ਹੈ, ਏਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਮਨ 'ਚ ਸੂਖਸ਼ਮ ਜਿਹਾ ਫੁਰਨਾ ਹੀ ਆਇਆ ਹੈ। ਭਾਈ ਲਹਿਣਾ ਜੀ ਦੀ ਵਿਸ਼ੇਸ਼ਤਾ ਕੀ ਹੈ ਕਿ ਉਹਨਾਂ ਦੇ ਹਿਰਦੇ 'ਚ ਕਦੇ ਕੋਈ ਫੁਰਨਾ ਫੁਰਦਾ ਹੀ ਨਹੀਂ ਕਿ ਮੈਂ ਸੇਵਾ ਕਰ ਰਿਹਾ ਜਾਂ ਨਹੀਂ ਕਰ ਰਿਹਾ, ਬਸ ਆਪਣਾ ਆਪ ਗੁਰੂ ਚਰਨਾਂ 'ਚ ਅਰਪਣ ਕੀਤਾ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਮਨ 'ਚ ਸੁਭਾਵਕ ਜਿਵੇਂ ਸੂਖਸ਼ਮ ਜੀ ਵਿਚਾਰ ਹੁੰਦੀ ਉਹ ਆ ਗਈ ਕਿ ਸੇਵਾ ਤਾਂ ਸਤਿਗੁਰਾਂ ਦੀ ਮੇਰੇ ਕੋਲੋਂ ਵੀ ਸਤਿਗੁਰੂ ਜੀ ਲੈਂਦੇ ਨੇ, ਔਰ ਮੈਂ ਗੁਰੂ ਸਾਹਿਬ ਜੀ ਦੀ ਆਗਿਆ ਦੇ ਅਨੁਸਾਰੀ ਹੋ ਕੇ ਚੱਲਦਾ, ਪਰ ਸਤਿਗੁਰੂ ਜੀ ਭਾਈ ਲਹਿਣਾ ਜੀ ਉੱਤੇ ਵਿਸ਼ੇਸ਼ ਕਰਕੇ ਕਿਰਪਾਲੂ ਹਨ। ਅੰਤਰਜਾਮੀ ਸ੍ਰੀ ਗੁਰ ਜਾਨੀ। ਜਾਣੀ ਜਾਣ ਸਤਿਗੁਰੂ ਜੋ ਅੰਤਰਜਾਮੀ ਨੇ, ਸਭ ਦੇ ਦਿਲਾਂ ਦੀਆਂ ਜਾਣਦੇ ਨੇ। ਪਾਤਸ਼ਾਹ ਨੇ ਉਸੇ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੀ ਜਾਣ ਲਈ। ਤਿਸ ਕੇ ਪਰਖਨ ਕੀ ਬਿਦ ਠਾਨੀ। ਸਤਿਗੁਰੂ ਜੀ ਨੇ ਸੇਵਕ ਦੇ ਹਿਰਦੇ ਚੋਂ ਇਹ ਫੁਰਨਾ ਸਮਾਪਤ ਕਰਨ ਦੀ ਵਿਧੀ ਠਾਨੀ। ਦੱਸਣਾ ਸੀ ਭਾਈ ਲਹਿਣਾ ਜੀ ਕਿਵੇਂ ਸਾਰਿਆਂ ਚੋਂ ਵਿਸ਼ੇਸ਼ ਹਨ। ਇਹ ਦਰਸਾਉਣ ਵਾਸਤੇ ਸਤਿਗੁਰੂ ਜੀ ਨੇ ਲੀਲਾ ਵਰਤਾਈ। ਉਤੇ ਨਿਸਾ ਇੱਕ ਏ ਦ્વੈ ਪਾਸਾ। ਰਾਤ ਦਾ ਸਮਾਂ ਸਤਿਗੁਰੂ ਜੀ ਬਿਰਾਜੇ ਹੋਏ ਤੇ ਇਹ ਦੋਵੇਂ ਪਾਤਸ਼ਾਹ ਦੇ ਕੋਲ ਹਨ। ਇੱਕ ਭਾਈ ਲਹਿਣਾ ਜੀ, ਦੂਜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ। ਬੋਲੇ ਬਚਨ ਤਬੇ ਸੁਖ ਰਾਸਾ। ਸੁੱਖਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਬੂੜੇ ਵਹਿਰ ਨਿਕਸ ਕੈ ਦੇਖ। ਮਹਾਰਾਜ ਜੀ ਕਹਿਣ ਲੱਗੇ ਭਾਈ ਬੂੜਾ ਜੀ, ਵੇਖੋ ਬਾਹਰ ਜਾ ਕੇ ਨਿਗਾਹ ਮਾਰ ਕੇ ਤਾਰੇ ਵੇਖੋ, ਅਸਮਾਨ ਵੇਖੋ। ਕਿਤਕ ਜਾਮਨੀ ਹੈ ਅਬ ਸੇਖ। ਰਾਤ ਕਿੰਨੀ ਕੁ ਬਾਕੀ ਰਹਿੰਦੀ ਹੈ, ਬਾਹਰ ਜਾ ਕੇ ਧਿਆਨ ਮਾਰ ਕੇ ਵੇਖੋ ਕਿ ਰਾਤ ਕਿੰਨੀ ਕੁ ਬਾਕੀ ਹੈ। ਜੀਤੀ ਰਹੀ ਬਤਾਵੋ ਸੋ। ਵੇਖੋ ਕਿੰਨੀ ਰਾਤ ਨਿਕਲ ਗਈ ਹੈ ਤੇ ਕਿੰਨੀ ਰਾਤ ਬਾਕੀ ਹੈ। ਕਾਲ ਇਸ਼ਨਾਨ ਭਇਓ ਕੇ ਨਾ ਹੋ। ਵੇਖੋ ਸਵੇਰੇ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਦਾ ਸਮਾਂ ਹੋ ਗਿਆ ਕਿ ਨਹੀਂ ਹੋਇਆ। ਇਉਂ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬਚਨ ਕਹੇ। ਨਿਕਸਿਓ ਬੂੜਾ ਦੇਖ ਬਤਾਈ। ਬਾਬਾ ਬੁੱਢਾ ਸਾਹਿਬ ਜੀ ਬਾਹਰ ਗਏ। ਆਕਾਸ਼ ਵਿੱਚ ਉਹਨਾਂ ਸਮਿਆਂ 'ਚ ਤਾਰਿਆਂ ਨੂੰ ਵੇਖ ਕੇ ਅੰਦਾਜ਼ਾ ਲੱਗਦਾ ਸੀ ਕਿ ਕਿਹੜੇ ਪਾਸੇ ਕਿੰਨਾ ਕੁ ਸਮਾਂ ਰਾਤ ਦਾ ਬੀਤ ਗਿਆ, ਕਿੰਨੀ ਰਾਤ ਬਾਕੀ ਹੈ। ਤੋ ਏਦਾਂ ਅੰਦਾਜ਼ੇ ਲੱਗਦੇ, ਘੜੀਆਂ ਵਗੈਰਾ ਨਹੀਂ ਸਨ ਹੁੰਦੀਆਂ ਅੱਜ ਵਾਂਗੂ।
ਬਾਬਾ ਬੁੱਢਾ ਸਾਹਿਬ ਜੀ ਨੇ ਬਾਹਰ ਜਾ ਕੇ ਆਕਾਸ਼ ਵਿੱਚ ਨਿਗਾਹ ਮਾਰ ਕੇ ਵੇਖਿਆ। ਅਰਧ ਨਿਸਾ ਅਬ ਹੈ ਗਤ ਦਾਈ। ਆ ਕੇ ਅੰਦਰ ਸਤਿਗੁਰਾਂ ਨੂੰ ਦੱਸਿਆ, ਮਹਾਰਾਜ ਜੀ ਅੱਧੀ ਰਾਤ ਬੀਤੀ ਹੈ, ਯਾਨੀ ਕਿ 2 ਪਹਿਰ ਰਾਤ ਬੀਤੀ ਹੈ ਤੇ ਅੱਧੀ ਰਾਤ ਹਾਲੇ ਬਾਕੀ ਹੈ। ਗੁਰੂ ਕਿਉ ਏਤੀ ਅਬ ਨਾਈ। ਮਹਾਰਾਜ ਜੀ ਕਹਿੰਦੇ, ਬੁੱਢਾ ਜੀ ਸਾਨੂੰ ਜਾਪਦਾ ਵੀ ਇੰਨੀ ਨਹੀਂ ਹੋਈ, ਸਾਨੂੰ ਜਾਪਦਾ ਜਿਵੇਂ ਅੰਮ੍ਰਿਤ ਵੇਲਾ ਹੋ ਗਿਆ ਹੋਵੇ। ਏਕੈ ਜਾਮ ਜਾਮਨੀ ਆਹੀ। ਸਾਨੂੰ ਜਾਪਦਾ ਵੀ ਪਹਿਰ ਕੀ ਰਾਤ ਬਾਕੀ ਰਹਿ ਗਈ ਹੋਣੀ ਆ, 3 ਪਹਿਰ ਰਾਤ ਬੀਤ ਗਈ ਹੈ। ਭਲੀ ਪ੍ਰਕਾਰ ਬਿਲੋਕ ਬਹੋਰੀ। ਜਾਓ ਚੰਗੀ ਤਰ੍ਹਾਂ ਵੇਖ ਕੇ ਆਓ, ਆਕਾਸ਼ ਵਿੱਚ ਚੰਗੀ ਤਰ੍ਹਾਂ ਤਾਰਿਆਂ ਦੀ ਸੇਧ ਵੇਖੋ। ਦਿਓ ਬਤਾਏ ਖੋਏ ਮਤ ਭੋਰੀ। ਤੇ ਜਾ ਕੇ ਧਿਆਨ ਨਾਲ ਵੇਖੋ, ਗੌਰ ਨਾਲ ਵੇਖੋ ਵੀ ਹੋ ਗਿਆ ਅੰਮ੍ਰਿਤ ਵੇਲਾ, ਸਾਨੂੰ ਲੱਗਦਾ ਹੋ ਗਿਆ। ਤੁਸੀਂ ਕਹਿੰਦੇ ਹੋ ਅੱਧੀ ਰਾਤ ਬੀਤੀ ਆ, ਧਿਆਨ ਨਾਲ ਵੇਖ ਕੇ ਆਓ ਤਾਂ ਜੋ ਇਹ ਭਰਮ ਦੂਰ ਹੋ ਜਾਵੇ। ਤਬ ਬੂੜੀ ਪਿਕਨੀਕੀ ਭਾਂਤੀ। ਸਤਿਗੁਰਾਂ ਦਾ ਬਚਨ ਸੁਣ ਕੇ ਬਾਬਾ ਜੀ ਫਿਰ ਗਏ ਬਾਹਰ। ਧਿਆਨ ਨਾਲ ਗੌਰ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਤੱਕਿਆ। ਕਯੋ ਪ੍ਰਭੂ ਜੀ ਆਧੀ ਰਾਤੀ। ਅੰਦਰ ਆ ਕੇ ਕਹਿਣ ਲੱਗੇ, ਮਹਾਰਾਜ ਜੀ ਨਹੀਂ ਅੱਧੀ ਰਾਤ ਹੀ ਬੀਤੀ ਹੈ, ਜਿਵੇਂ ਮੈਂ ਪਹਿਲਾਂ ਵੇਖ ਕੇ ਆਇਆ ਹਾਂ। ਜਾਮ ਨਹੀਂ ਮੈਂ ਦੇਖੀ ਨੀਕੇ। ਮਹਾਰਾਜ ਪਹਿਰ ਰਾਤ ਨਹੀਂ, 2 ਪਹਿਰ ਰਾਤ ਹਾਲੇ ਬਾਕੀ ਹੈ। ਸੁਨ ਬੋਲੇ ਪ੍ਰਿਯ ਸਿੱਖਨ ਜੀ ਕੇ। ਆਪਣੇ ਸਿੱਖਾਂ ਦੇ ਪਿਆਰੇ ਸਤਿਗੁਰੂ ਜੀ ਨੇ ਜਦੋਂ ਬਾਬਾ ਬੁੱਢਾ ਸਾਹਿਬ ਦਾ ਦੁਬਾਰਾ ਇਹ ਬਚਨ ਸੁਣਿਆ, ਸੁਣ ਕੇ ਗਰੀਬ ਨਵਾਜ ਸਾਹਿਬ ਜੀ ਬੋਲੇ, ਏਕੈ ਜਾਮ ਜਾਮਨੀ ਹੋਈ। ਨਹੀਂ ਬੁੱਢਾ ਜੀ ਤੁਹਾਨੂੰ ਭੁਲੇਖਾ ਲੱਗਾ ਜਾਪਦਾ ਹੈ, 1 ਪਹਿਰ ਰਾਤ ਬਾਕੀ ਜਾਪਦੀ ਹੈ। ਤੈਨੇ ਪਿਖੀ ਭਲੀ ਬਿਦ ਸੋਈ। ਬਾਬਾ ਜੀ ਤੁਸੀਂ ਬੁੱਢਾ ਜੀ ਵੇਖ ਕੇ ਨਹੀਂ ਆਏ, ਤੁਸੀਂ ਚੰਗੀ ਤਰ੍ਹਾਂ ਪਰਖ ਕੇ ਨਹੀਂ ਆਏ। ਮੋਹਰੋ ਬੁੜੇ ਦੇਖ ਆਕਾਸ਼ਾ। ਬਾਬਾ ਬੁੱਢਾ ਜੀ ਨੂੰ ਕਿਹਾ ਫਿਰ ਵੇਖੋ ਜਾ ਕੇ ਆਕਾਸ਼ ਵੱਲ ਧਿਆਨ ਨਾਲ। ਅਰਧ ਰਾਤਰ ਅਬ ਹੈ ਸੁਖ ਰਾਸਾ। ਬਾਬਾ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਪੂਰੀ ਤਸੱਲੀ ਹੈ ਵੀ ਅੱਧੀ ਰਾਤ ਹੀ ਬੀਤੀ ਹੈ, ਅੱਧੀ ਰਾਤ ਹਾਲੇ ਬਾਕੀ ਹੈ। 3 ਬਾਰੀਓਂ ਬਚਨ ਹਟਾਏ। ਇਦਾਂ ਤੀਜੀ ਵਾਰ ਜਦੋਂ ਵੇਖ ਕੇ ਫਿਰ ਮਹਾਰਾਜ ਜੀ ਦਾ ਬਚਨ ਹਟਾ ਦਿੱਤਾ, ਮੋੜ ਦਿੱਤਾ। ਸ੍ਰੀ ਗੁਰ ਕੋ ਆਸ਼ੇ ਨਹਿ ਪਾਏ। ਸਤਿਗੁਰਾਂ ਦੇ ਅੰਦਰ ਦੀ ਖੇਡ ਬਾਬਾ ਬੁੱਢਾ ਸਾਹਿਬ ਜੀ ਨੂੰ ਨਹੀਂ ਪਤਾ ਲੱਗਾ ਵੀ ਸਤਿਗੁਰੂ ਜੀ ਕਿਉਂ ਕਹਿ ਰਹੇ ਨੇ ਬਾਰ-ਬਾਰ। ਲੈਣੇ ਸੋ ਬੋਲੇ ਗਤ ਦਾਈ। ਜਦੋਂ ਬਾਬਾ ਬੁੱਢਾ ਜੀ 3 ਵਾਰੀ ਵੇਖ ਕੇ ਆ ਗਏ, ਫਿਰ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਆਖਿਆ, ਤੂੰ ਅਵਲੋਕ ਵਹਿਰ ਅਬ ਜਾਈ। ਪਾਤਸ਼ਾਹ ਕਹਿੰਦੇ, ਭਾਈ ਲਹਿਣਾ ਜੀ ਤੁਸੀਂ ਜਾਓ, ਚੰਗੀ ਤਰ੍ਹਾਂ ਵੇਖ ਕੇ ਤੁਸੀਂ ਪੜਤਾਲ ਕਰਕੇ ਆਵੋ। ਜੀਤੀ ਨਿਸਹਿ ਦਿਓ ਬਤਾਈ। ਦੇਖੋ ਕਿੰਨੀ ਕੁ ਰਾਤ ਬੀਤੀ ਹੈ ਤੇ ਕਿੰਨੀ ਕੁ ਰਾਤ ਬਾਕੀ ਰਹਿੰਦੀ ਹੈ। ਨਿਕਸਿਓ ਤੂਰਨ ਦੇਰ ਨ ਲਾਈ। ਭਾਈ ਲਹਿਣਾ ਜੀ ਝਟ ਨਿਕਲੇ ਬਾਹਰ, ਜਾ ਕੇ ਕਮਰੇ ਚੋਂ ਵੇਖਿਆ, ਉਡਕਨ ਕੋ ਬਿਲੋਕ ਕੈ ਬਾਨੀ। ਆਕਾਸ਼ ਵਿੱਚ ਤਾਰੇ ਵੇਖੇ ਤੇ ਤਾਰਿਆਂ ਦੀ ਲੋ ਵੇਖ ਕੇ ਆਏ। ਅਰਧ ਨਿਸਾ ਅਬ ਸ਼੍ਰੀ ਗੁਣ ਖਾਨੀ। ਭਾਈ ਲਹਿਣਾ ਜੀ ਨੇ ਵੀ ਉਹੀ ਬਚਨ ਆ ਕੇ ਦੱਸਿਆ, ਮਹਾਰਾਜ ਜੀ ਅੱਧੀ ਰਾਤ ਬੀਤੀ ਹੈ ਤੇ ਅੱਧੀ ਰਾਤ ਹਾਲੇ ਬਾਕੀ ਹੈ। ਗੁਰ ਬੋਲੇ ਦੇਖੋ ਤੁਮ ਨੀਕੇ। ਮਹਾਰਾਜ ਜੀ ਕਹਿੰਦੇ, ਪੁਰਖਾ ਤੈਨੂੰ ਵੀ ਭੁਲੇਖਾ ਲੱਗ ਗਿਆ ਬਾਬੇ ਬੁੱਢੇ ਵਾਂਗੂ, ਚੰਗੀ ਤਰ੍ਹਾਂ ਧਿਆਨ ਨਾਲ ਗੌਰ ਨਾਲ ਵੇਖ ਕੇ ਆਓ ਬਾਹਰ। ਜਾਮ ਜਾਮਨੀ ਹੈ ਅਬ ਨੀਕੇ। ਸਾਨੂੰ ਲੱਗਦਾ ਵੀ ਪਹਿਰ ਕ ਰਾਤ ਹੀ ਬਾਕੀ ਰਹਿ ਗਈ ਹੋਣੀ ਹੈ। ਦੋਹਰਾ ਲਹਿਣਾ ਰਿਦੇ ਵਿਚਾਰਈ ਹੈ ਆਦੀ ਰਾਤ। ਭਾਈ ਲਹਿਣਾ ਜੀ ਆਪਣੇ ਮਨ 'ਚ ਵਿਚਾਰ ਕਰਦੇ ਵੀ ਜੇ ਬਾਹਰ ਤਾਰਿਆਂ ਨੂੰ ਵੇਖੀਏ, ਉਹਨੂੰ ਵੇਖ ਕੇ ਤਾਂ ਇਹੀ ਜਾਪਦਾ ਵੀ ਰਾਤ ਅੱਧੀ ਬੀਤੀ ਹੈ, ਰਾਤ ਅੱਧੀ ਹੈ ਤੇ ਅੱਧੀ ਰਾਤ ਹਾਲੇ ਬਾਕੀ ਰਹਿੰਦੀ ਹੈ। ਤਦਪ ਗੁਰੂ ਸੁਹਾਵ ਜੋ ਸੋਨੇ ਜਾਣਿਓ ਜਾਤ। ਸਤਿਗੁਰੂ ਜੀ ਕਿਹੜੀ ਰਮਜ 'ਚ ਕੀ ਕਹਿ ਰਹੇ ਨੇ ਉਹ ਨਹੀਂ ਸਮਝ ਆ ਰਹੀ, ਕਿਉਂ ਕਹਿ ਰਹੇ ਨੇ ਬਾਰ-ਬਾਰ ਉਹ ਸਮਝ ਵਿੱਚ ਨਹੀਂ ਆਉਂਦੀ। ਜੋ ਪਈ ਇਉ ਮਨ ਗੁਣ ਕੈ ਬੈਨ ਅਲਾਏ। ਇਸ ਤਰ੍ਹਾਂ ਆਪਣੇ ਮਨ 'ਚ ਸੋਚ ਕੇ ਵਿਚਾਰ ਕੇ ਭਾਈ ਲਹਿਣਾ ਜੀ ਬੋਲੇ,
ਪ੍ਰਭ ਮਮ ਨੈਣ ਹੁਤੇ ਅਲਸਾਏ। ਕਹਿਣ ਲੱਗੇ ਮਹਾਰਾਜ ਜੀ ਵੀ ਨੀਂਦ ਵਿੱਚ ਗਿਆ ਉੱਠ ਕੇ, ਅੱਖਾਂ ਵਿੱਚ ਨੀਂਦ ਹੈ ਭੂਲ ਕਿਉ ਮੈਂ ਆਦੀ ਰਾਤੀ। ਤੇ ਮੈਨੂੰ ਨਹੀਂ ਪਤਾ ਲੱਗਾ ਬਾਹਰ, ਤੇ ਮੈਂ ਸ਼ਾਇਦ ਭੁਲੇਖੇ ਨਾਲ ਕਹਿ ਬੈਠਾ ਕਿ ਅੱਧੀ ਰਾਤ ਬੀਤੀ ਹੈ। ਜਾਮ ਏਕਈ ਅਬ ਸੁਧ ਜਾਤੀ। ਮਹਾਰਾਜ ਜਿੰਨੀ ਤੁਸੀਂ ਕਹਿੰਦੇ ਹੋ ਉਨੀ ਰਾਤ ਬਾਕੀ ਹੈ। ਜਿਤਨੀ ਨਿਸਾ ਬਿਤਾਈ ਰਾਉਰ। ਜਿੰਨੀ ਬਤੀਤ ਕਰਾ ਦਿੱਤੀ ਹੈ ਉਨੀ ਬੀਤ ਗਈ ਹੈ ਮਹਾਰਾਜ। ਜਿੰਨੀ ਰੱਖੀ ਹੈ ਬਾਕੀ ਉਨੀ ਰਹਿੰਦੀ ਹੈ। ਬਸ ਮਹਾਰਾਜ ਮੈਂ ਤਾਂ ਇਹ ਜਾਣਦਾ ਵੀ ਜਾਪਦਾ ਮੈਨੂੰ ਹੀ ਭੁਲੇਖ। ਸਿੱਖ ਦਾ ਕਰਤੱਵ ਹੀ ਇਹ ਹੈ ਕਦੇ ਗੁਰੂ ਵਿੱਚ ਕਮੀ ਨਾ ਕੱਢੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਗੁਰੂ ਅੱਗੇ ਹੀ ਅਰਦਾਸ ਕਰੇ, ਮਹਾਰਾਜ ਮੇਰੀ ਭੁੱਲ ਹੈ, ਮੇਰਾ ਗੁਨਾਹ ਹੈ, ਮੇਰੀ ਖਾਮੀ, ਮੇਰੇ ਕੋਲੋਂ ਹੀ ਭੁੱਲ ਹੋਈ, ਮੈਂ ਹੀ ਅਪਰਾਧੀ ਹਾਂ ਮਹਾਰਾਜ, ਤੁਸੀਂ ਤਾਂ ਬਖਸ਼ਾਂਦੋ ਗਰੀਬ ਨਵਾਜ। ਇਹ ਹੈ ਸਿੱਖ ਦੀ, ਕਿਉਂਕਿ ਪਾਤਸ਼ਾਹ ਨੇ ਇਹਦੇ ਦੁਆਰਾ ਦੱਸਣਾ ਹੈ ਕਿ ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਜਿੰਨੀ ਰਾਤ ਤੁਸਾਂ ਨੇ ਬਤੀਤ ਕਰਾਈ ਹੈ ਬੀਤੀ ਹੈ, ਜਿੰਨੀ ਰੱਖੀ ਆ ਉਨੀ ਰਹਿੰਦੀ ਹੈ। ਤਿਤਨੀ ਬੀਤੀ ਨਾ ਮੈਂ ਲਖ ਬਾਉਰ। ਮਹਾਰਾਜ ਜੀ ਮੈਨੂੰ ਨਹੀਂ ਇਹਦੇ ਬਾਰੇ ਬੋਧ ਹੋ ਸਕਿਆ, ਪਤਾ ਲੱਗ ਸਕਿਆ। ਅਬ ਜਿਤਨੀ ਰਾਖੀ ਸੋ ਰਹੀ। ਜਿੰਨੀ ਆਪ ਦੀ ਨੇ ਰਾਤ ਰੱਖੀ ਉਨੀ ਰਹਿੰਦੀ ਹੈ। ਸਰਬ ਕਾਲ ਕੋ ਕਰਤਾ ਤੋਈ। ਮਹਾਰਾਜ ਸਰਬ ਕਾਲ ਦੇ ਕਰਤਾ ਤੁਸੀਂ, ਉਹ ਸਮਾਂ ਤੁਹਾਡਾ ਬਣਾਇਆ ਹੋਇਆ। ਇਹ ਭੂਤ ਕਾਲ, ਵਰਤਮਾਨ ਕਾਲ, ਭਵਿੱਖ ਕਾਲ, ਇਹ ਜਿੰਨਾ ਵੀ ਕਾਲ ਹੈ ਮਹਾਰਾਜ ਸਮਾਂ, ਇਹ ਤੁਹਾਡਾ ਬਣਾਇਆ ਹੋਇਆ, ਤੁਹਾਡਾ ਸਿਰਜਿਆ ਹੋਇਆ। ਭਾਈ ਅਵਗਿਆ ਛਿਮਾ ਕਰੀਜੈ। ਮਾਫ ਕਰ ਦਿਓ ਮਹਾਰਾਜ, ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਕਹਿ ਬੈਠਾ ਆ ਕੇ ਅੱਧੀ ਰਾਤ ਬੀਤੀ। ਮਹਾਰਾਜ ਜਿੰਨੀ ਤੁਸਾਂ ਬਤੀਤ ਕਰਾਈ ਓਨੀ ਬੀਤੀ, ਜਿੰਨੀ ਰੱਖੀ ਆ ਓਨੀ ਰਹਿੰਦੀ ਹੈ। ਖਿਮਾ ਕਰ ਦਿਓ ਮਹਾਰਾਜ, ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਆਪ ਜੀ ਦਾ ਬਚਨ ਕੱਟ ਕੇ ਅੱਗੋਂ ਬੋਲ ਬੈਠਾ ਵੀ ਨਹੀਂ ਅੱਧੀ ਰਾਤ ਬੀਤੀ ਹੈ। ਖਿਮਾ ਕਰ ਦਿਓ ਮਹਾਰਾਜ, ਮੇਰੇ ਕੋਲੋਂ ਭੁੱਲ ਹੋਈ ਹੈ। ਔਗਣ ਹਾਰ ਸਦਾ ਬਖਸ਼ੀਜੈ। ਮਹਾਰਾਜ ਮੈਂ ਔਗਣਹਾਰਾ ਹਾਂ ਤੇ ਤੁਸੀਂ ਸਦਾ ਹੀ ਬਖਸ਼ਾਂਦੋ ਮਹਾਰਾਜ, ਤੁਸੀਂ ਸਦਾ ਹੀ ਬਖਸ਼ਣੇ ਵਾਲੇ ਹੋ। ਮੰਦਮਤੀ ਮੈਂ ਪਿਖਿਓ ਨਾ ਨੀਕੇ। ਮਹਾਰਾਜ ਮੇਰੀ ਮੱਤ ਤੇ ਪਰਦਾ ਪੈ ਗਿਆ ਸੀ, ਮੈਂ ਚੰਗੀ ਤਰ੍ਹਾਂ ਵੇਖ ਨਹੀਂ ਸਕਿਆ, ਮੈਂ ਚੰਗੀ ਤਰ੍ਹਾਂ ਤੱਕ ਨਹੀਂ ਸਕਿਆ। ਬੋਲਿਓ ਕੂਰ ਤੁਮਾਰ ਨਜੀਕੇ। ਮਹਾਰਾਜ ਤੁਹਾਡੇ ਸਾਹਮਣੇ ਆ ਕੇ ਮੈਂ ਬੋਲ ਬੈਠਾ ਵੀ ਅੱਧੀ ਰਾਤ ਬੀਤੀ। ਮਹਾਰਾਜ ਮੈਨੂੰ ਹੀ ਭੁਲੇਖਾ ਲੱਗਾ, ਮੈਂ ਹੀ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਸੁਣ ਕੇ ਪਰਮ ਪ੍ਰਸੀਦੇ ਦਿਆਲਾ। ਇਹ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਬੜੇ ਹੀ ਖੁਸ਼ ਹੋਏ। ਸਿੱਖੀ ਇਉਂ ਹੀ ਚਾਹੀਏ, ਸਿੱਖ ਨੂੰ ਇਉਂ ਹੀ ਚਾਹੀਏ। ਗੁਰੂ ਅੱਗੇ ਭਾਵੇਂ ਸਭ ਕੁਝ ਜਾਣਦਾ ਵੀ ਹੋਵੇ ਨਾ, ਗੁਰੂ ਅੱਗੇ ਆ ਕੇ ਹੀ ਆਖੇ ਪਾਤਸ਼ਾਹ ਮੈਂ ਕੁਝ ਨਹੀਂ ਜਾਣਦਾ, ਮੈਂ ਅਗਿਆਨੀ ਹਾਂ, ਹਮ ਅਗਿਆਨੀ ਹਾਂ। ਮਹਾਰਾਜ ਅਸੀਂ ਗਿਆਨਹੀਣੇ ਹਾਂ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਮਹਾਰਾਜ ਅਸੀਂ ਅਗਿਆਨੀ ਹਾਂ। ਸਿੱਖ ਨੇ ਫਿਰ ਵੀ ਉਹ ਬੇਨਤੀ ਕਰਨੀ ਹੈ, ਲਖਿਓ ਸਰਬ ਤੇ ਦਾਸ ਵਿਸਾਲਾ। ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਆਪਣੇ ਸਰਬ ਦਾਸਾਂ ਚੋਂ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਦਾਸ ਜਾਣਿਆ ਹੈ। ਤਾਓ ਕਸੋਟੀ ਉਤਰਿਓ ਪੂਰਾ। ਦੇਖਿਆ ਜਿੰਨੇ ਤਾਓ ਲਾਏ ਨੇ, ਜਿੰਨੀਆਂ ਕਸਵੱਟੀਆਂ ਲਾਈਆਂ ਨੇ, ਉਹਨਾਂ ਸਾਰੇ ਤਾਵਾਂ ਤੇ ਕਸਵੱਟੀਆਂ ਤੇ ਭਾਈ ਲਹਿਣਾ ਜੀ ਖਰੇ ਉਤਰੇ ਹਨ। 12 ਬੰਨੀ ਭਇਓ ਸਰੂਰਾ। 12 ਬੰਨੀ ਦਾ ਸ਼ੁੱਧ ਸੋਨਾ ਹੋ ਗਏ ਹਨ। ਪਰਖਿਓ ਸੇਵਕ ਸਭਈ ਭਾਂਤੀ। ਆਪਣੇ ਸੇਵਕ ਨੂੰ ਸਰਬ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਪਰਖ ਲਿਆ, ਹਰ ਜਗ੍ਹਾ ਤੇ ਪਰਖ ਕੇ ਵੇਖ ਲਿਆ, ਤਾਓ ਕਸਵੱਟੀਆਂ ਲਾ ਕੇ ਪਰਖ ਕੇ ਵੇਖ ਲਿਆ ਵੀ ਹੁਣ 12 ਬੰਨੀ ਦੇ ਸ਼ੁੱਧ ਕੰਚਨ ਹੋ ਗਏ ਨੇ। ਕਮਤੀ ਰਹੀ ਨ ਜਾਣੀ ਜਾਤੀ। ਵੇਖ ਲਿਆ ਇਹਦੇ ਚ ਹੁਣ ਕੋਈ ਕਮੀ ਨਹੀਂ ਰਹੀ, ਇਹ ਪੂਰੇ ਨੂੰ ਸੇਮ ਦੇ ਪੂਰਨ ਹੋ ਗਏ ਹਨ। ਉਚਿਤ ਖਜ਼ਾਨੇ ਪਾਵਨ ਦੇਖਾਂ। ਬਾਦਸ਼ਾਹ ਨੇ ਵੇਖਿਆ ਐਸੇ ਪੂਰਨ ਹੋ ਗਏ ਨੇ, ਖਰੇ ਹੋ ਗਏ ਨੇ, ਹੁਣ ਇਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਪਾ ਲਈਏ। ਕਿਉਂਕਿ ਜਦੋਂ ਪਾਤਸ਼ਾਹ ਪਰਖਦੇ ਆ ਤੇ ਖਰਿਆਂ ਨੂੰ ਖਜ਼ਾਨੇ 'ਚ ਪਾ ਲੈਂਦੇ ਆ, ਔਰ ਜਿਹੜੇ ਖੋਟੇ ਨੇ ਉਹਨਾਂ ਨੂੰ ਸੁੱਟ ਕੇ ਬਾਹਰ ਸੁੱਟ ਦਿੰਦੇ, ਤਿਆਗ ਦਿੰਦੇ ਵੀ ਜਾਓ ਜੰਮਦੇ ਮਰਦੇ ਰਹੋ। ਪਾਤਸ਼ਾਹ ਵੇਖਿਆ ਇਹ ਖਰੇ ਨੇ,
ਹੁਣ ਇਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਪੋਤੇ ਚ ਪਾ ਲਈਏ। ਕਰੀ ਕਿਰਪਾ ਪ੍ਰਸੀਦ ਵਿਸ਼ੇਖਾਂ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਬੜੇ ਹੀ ਰੀਝੇ ਖੁਸ਼ ਹੋਏ। ਤਖਤ ਦੇਨ ਕੀ ਮਨ ਵਿਦਿਆਨੀ। ਪਾਤਸ਼ਾਹ ਨੇ ਅੱਜ ਸੰਕਲਪ ਕੀਤਾ ਕਿ ਰਾਜ ਯੋਗ ਦਾ ਇਹ ਤਖਤ ਜੋ ਨਿਰੰਕਾਰ ਕੋਲੋਂ ਸਾਨੂੰ ਪ੍ਰਾਪਤ ਹੋਇਆ, ਇਹ ਤਖਤ ਅੱਜ ਤੋਂ ਬਾਅਦ ਭਾਈ ਲਹਿਣਾ ਜੀ ਨੂੰ ਦੇ ਦਈਏ। ਸਤਿ ਸ੍ਰੀ ਅਕਾਲ। ਇਹ ਵਿਧੀ ਮਹਾਰਾਜ ਜੀ ਦੇ ਮਨ ਵਿੱਚ ਆਈ ਹੈ। ਪਲਟੋਂ ਬੇਕ ਭਲੇ ਉਰਠਾਨੀ। ਮਨ ਕੇ ਠਾਣ ਲਿਆ ਵੀ ਹੁਣ ਆਪਣਾ ਬਾਹਰਲਾ ਭੇਖ ਪਲਟ ਲਵਾਂ, ਅੰਦਰ ਜੋਤ ਹੋਈ ਰਹਿਣੀ। ਜੋ ਤੋਹਾ ਜੁਗਤ ਸਾਏ ਸਹ ਕਾਇਆ ਫੇਰ ਪਲਟੀ ਹੈ। ਝੂਲੇ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਭਾਈ ਲਹਿਣਾ ਜੀ ਬਾਰੇ, ਗੁਰੂ ਅੰਗਦ ਸਾਹਿਬ ਜੀ ਬਾਰੇ ਭਾਈ ਸੱਤੇ ਤੇ ਬਲਵੰਡ ਨੇ ਲਿਖਿਆ। ਲਹਿਣੇ ਦੀ ਫਿਰ ਆਈ ਹੈ ਨਾਨਕਾ ਦੋਹੀ ਖੱਟੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮਨ ਚ ਸੰਕਲਪ ਕੀਤਾ ਹੈ ਕਿ ਮੈਂ ਹੁਣ ਆਪਣਾ ਬਾਹਰਲਾ ਭੇਖ ਬਦਲਾ। ਸੁਖ ਸਾਗਰ ਪੂਰਨ ਅਬਿਨਾਸ਼ੀ। ਸੁੱਖਾਂ ਦੇ ਸਾਗਰ ਜੋ ਪੂਰਨ ਅਬਨਾਸ਼ੀ ਹਨ, ਜੋ ਕਾਟਤ ਸੇਵਕ ਜਮ ਫਾਸੀ। ਐਸੇ ਸਤਿਗੁਰੂ ਜੀ ਜੋ ਆਪਣੇ ਸੇਵਕਾਂ ਦੀ ਜਮਾਂ ਦੀ ਫਾਈ ਕੱਟਣ ਵਾਲੇ ਹਨ। ਸਵਈਆ ਰੂਪ ਨਾ ਰੇਖ ਨਾ ਰੰਗ ਨਾ ਰਾਗ ਨਾ ਰੋਗ ਨਾ ਸੋਗ ਅਕਾਲ ਸਦਾਏ। ਜੋ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ, ਜਿਸ ਦਾ ਕੋਈ ਰੂਪ ਨਹੀਂ ਹੈ, ਜਿਸ ਦੀ ਕੋਈ ਰੇਖਾ ਨਹੀਂ, ਜਿਸ ਦਾ ਕੋਈ ਰੰਗ ਨਹੀਂ, ਜੋ ਰਾਗ ਦੋਖ ਤੋਂ ਰਹਿਤ ਹੈ, ਰੋਗ ਤੋਂ ਸੋਗ ਤੋਂ ਸਦਾ ਹੀ ਅਕਾਲ ਸਦਾਉਣ ਵਾਲਾ ਹੈ। ਪੂਰਨ ਸ਼੍ਰੀ ਪਰਮੇਸ਼ਰ ਜੋ ਪੁਰਸ਼ੋਤਮ ਪਾਰ ਨਹੀਂ ਕਹਿ ਪਾਏ। ਉਹ ਜੋ ਪੂਰਨ ਪਾਰ ਬ੍ਰਹਮ ਪਰਮੇਸ਼ਰ ਪੁਰਸ਼ੋਤਮ ਕਈ ਉੱਤਮ ਪੁਰਸ਼ ਹੈ, ਜਿਸ ਦਾ ਕੋਈ ਵੀ ਪਾਰ ਨਹੀਂ ਪਾ ਸਕਦਾ। ਪਾਤ ਨਾ ਜਾਤ ਨਾ ਮਾਤ ਨਾ ਤਾਤ ਨਾ ਪ੍ਰਾਤ ਨਾ ਬੇਦੇ ਅਨੰਤ ਆਲਾਏ। ਜਿਸ ਅਕਾਲ ਪੁਰਖ ਦੀ ਨਾ ਕੋਈ ਪਾਤ ਪੰਗਤ ਹੈ, ਨਾ ਕੋਈ ਜਾਤ ਹੈ, ਜਿਸ ਦਾ ਨਾ ਕੋਈ ਮਾਂ ਹੈ, ਨਾ ਕੋਈ ਪਿਓ ਹੈ, ਨਾ ਕੋਈ ਭਰਾ ਹੈ। ਵੇਦਾਂ ਵਿੱਚ ਜਿਸ ਅਕਾਲ ਪੁਰਖ ਪਰਮੇਸ਼ਰ ਨੂੰ ਅਨੰਤ ਕਹਿ ਕੇ ਸੰਬੋਧਨ ਕੀਤਾ ਹੈ। ਸੋਕਰ ਤਾਰ ਤਰਾ ਅਵਤਾਰ ਤਰਾ ਪੈ ਨਾਨਕ ਰੂਪ ਸੁਹਾਏ। ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਕਰਤਾਰ ਨੇ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਰੂਪ ਹੋ ਕੇ ਜਗਤ ਦੇ ਜੀਵਾਂ ਨੂੰ ਆਪਣੇ ਦਰਸ਼ਨ ਦਿੱਤੇ ਹਨ। ਉਸ ਕਰਤਾਰ ਨੇ ਜਿਸ ਦਾ ਕੋਈ ਰੂਪ ਰੰਗ ਚਿੰਨ ਵਰਨ ਜਾਤ ਪਾਤ ਨਹੀਂ ਹੈ, ਉਸ ਨੇ ਗੁਰੂ ਨਾਨਕ ਰੂਪ ਹੋ ਕੇ ਅਵਤਾਰ ਧਰਤੀ ਤੇ ਧਾਰਨ ਕੀਤਾ ਹੈ। ਜੰਗਮ ਉਜਾੜ ਜਾਏ ਰਚੇ। ਜਿਸ ਅਕਾਲ ਪੁਰਖ ਨੇ ਜੜ ਜੰਗਮ ਚੇਤਨ ਜਿੰਨੇ ਜੀਵ ਨੇ ਰਚੇ ਹਨ, ਨਰ ਨਾਰਿਨ ਕੇ ਜਹ ਚਿੰਨ ਬਣਾਏ। ਜਿਸ ਨੇ ਨਰ ਨਾਰੀਆਂ ਦੇ ਸਾਰੇ ਚਿੰਨ ਬਣਾਏ, ਵੀ ਇਹ ਨਰ ਹੈ ਇਹ ਨਾਰੀ ਆ, ਉਹਦੇ ਵੱਖੋ ਵੱਖਰੇ ਚਿੰਨ ਬਣਾਏ। ਜੋਤ ਸਰੂਪੇ ਅਨੂਪਮ ਰੂਪ ਜੋ ਜੋਤੀ ਰੂਪ ਹੋ ਕੇ ਸਾਰਿਆਂ ਵਿੱਚ ਅਨੂਪਮ, ਜਿਸ ਦੀ ਕੋਈ ਉਪਮਾ ਹੀ ਨਹੀਂ ਕਹੀ ਜਾ ਸਕਦੀ। ਭੂਪਨ ਭੂਪ ਜੋ ਰਾਵਣ ਰਾਏ। ਰਾਜਿਆਂ ਦਾ ਰਾਜਾ ਹੈ, ਰਾਜੇ ਵੀ ਜਿਸ ਅਕਾਲ ਪੁਰਖ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਹਨ। ਆਦੇ ਅਨਾਦ ਆਗਾਦ ਆਬਾਦ। ਜੋ ਸਾਰਿਆਂ ਦਾ ਆਦ ਹੈ, ਜੋ ਅਨਾਦੀ ਹੈ, ਅਗਾਧ ਗਾਇਆ ਨਹੀਂ ਜਾਣ ਵਾਲਾ। ਅਰਾਧਿਤ ਸਾਧ ਸਦਾ ਚਿਤ ਲਾਏ। ਸਾਨੂੰ ਜਿਸ ਨਾਲ ਚਿੱਤ ਲਾ ਕੇ ਜਿਸ ਪਰਮੇਸ਼ਰ ਨੂੰ ਸਦਾ ਹੀ ਆਰਾਧਦੇ ਹਨ। ਸੋ ਗੁਰ ਨਾਨਕ ਠਾਨ ਲਈ ਮਨ। ਉਹ ਗੁਰੂ ਨਾਨਕ ਸਾਹਿਬ ਜੋ ਪਰਮੇਸ਼ਵਰ ਰੂਪ ਨੇ, ਅਕਾਲ ਪੁਰਖ ਰੂਪ ਨੇ, ਉਹਨਾਂ ਨੇ ਆਪਣੇ ਮਨ ਚ ਹੁਣ ਠਾਣ ਲਈ ਹੈ। ਅੰਗਦ ਦੇਹ ਮੈਂ ਜਾਉ ਸਮਾਏ। ਹੁਣ ਆਹ ਸਰੀਰ ਛੱਡ ਕੇ ਮੈਂ ਗੁਰੂ ਅੰਗਦ ਦੇਵ ਦੇ ਸਰੀਰ ਵਿੱਚ ਜਾ ਕੇ ਸਮਾ ਜਾਵਾਂ। ਉਸ ਗੁਰੂ ਨਾਨਕ ਸਾਹਿਬ ਜੀ ਨੇ ਮਨ ਚ ਠਾਣ ਲਈ ਕਿ ਹੁਣ ਮੈਂ ਗੁਰੂ ਅੰਗਦ ਰੂਪ ਹੋ ਜਾਵਾਂ। ਸ਼੍ਰੀ ਪਰਮਾਤਮ ਵਿਆਪਕ ਥਾਪਕ। ਸ਼੍ਰੀ ਪ੍ਰਮਾਤਮਾ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਭ ਨੂੰ ਬਣਾਉਣ ਵਾਲਾ, ਸਿਰਜਣ ਵਾਲਾ। ਖਾਪਕ ਹੈ ਭਵ ਤਾਪ ਮਿਟਾਏ। ਸਾਰੇ ਸੰਸਾਰ ਨੂੰ ਲੈ ਕਰਨ ਵਾਲਾ ਵੀ ਹੈ,
ਸੰਸਾਰ ਦੇ ਜੀਵਾਂ ਦੇ ਤਿੰਨੇ ਤਾਪ ਨਿਵਾਰਨੇ ਵਾਲਾ ਹੈ। ਪਾਪ ਕਲਾਪ ਨਸੇ ਜੈ ਜਾਪ ਤੇ ਦਾ ਜਾਪ ਕੀਤਿਆਂ ਸਾਰੇ ਪਾਪ ਨਸ ਜਾਂਦੇ ਐ। ਜਦੋਂ ਰਸਨਾ ਤੋਂ ਕਹੀਏ ਵਾਹਿਗੁਰੂ ਤਾਂ ਵਾਹਿਗੁਰੂ ਕਹਿੰਦਿਆਂ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਆਪ ਹੀ ਆਪੇ ਆਮਾਪ ਰਹਾਏ। ਆਪ ਹੀ ਆਪ ਹਨ ਜਿਨ੍ਹਾਂ ਨੂੰ ਮਾਪਿਆ ਨਹੀਂ ਜਾ ਸਕਦਾ। ਸ਼੍ਰੀ ਜਗ ਕਾਰਣ ਦੰਭ ਵਿਦਾਰਣ ਜੋ ਸਾਰੇ ਜਗਤ ਦਾ ਕਾਰਨ ਹਨ ਔਰ ਪਖੰਡ ਦਾ ਨਿਵਾਰਨ ਕਰਨ ਵਾਲੇ ਹਨ। ਦਾਸੇ ਉਦਾਰਨ ਜਾਂ ਬੇਰਦਾਏ। ਇਹਨਾਂ ਦਾ ਬਿਰਦ ਹੀ ਇਹ ਹੈ ਕਿ ਸੰਸਾਰ ਵਿੱਚ ਆਪਣਿਆਂ ਦਾਸਾਂ ਦਾ ਉਧਾਰ ਕਰਨਾ, ਆਪਣਿਆਂ ਸੇਵਕਾਂ ਦਾ ਉਧਾਰ ਕਰਨਾ, ਇਹ ਇਹਨਾਂ ਦਾ ਬਿਰਦ ਹੈ। ਸੋ ਗੁਰ ਨਾਨਕ ਜੀ ਠਠੀ। ਉਹ ਗੁਰੂ ਨਾਨਕ ਸਾਹਿਬ ਜੀ ਐਸੇ ਦੀਨ ਦਿਆਲ ਸਤਿਗੁਰੂ ਜੀ, ਉਹਨਾਂ ਨੇ ਆਪਣੇ ਮਨ 'ਚ ਇਉਂ ਠੱਟੀ ਐ, ਲਹਿਣੇ ਤਨ ਵਿੱਚ ਬੇਰਾਜੋਂ ਜਾਏ। ਮੈਂ ਆਪਣੇ ਸੇਵਕ ਅਨੰਨ ਸੇਵਕ ਭਾਈ ਲਹਿਣਾ ਜੀ ਦੇ ਤਨ ਵਿੱਚ ਜਾ ਕੇ ਬਿਰਾਜਮਾਨ ਹੋ ਜਾਵਾਂ। ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਨ 'ਚ ਠੱਟੀ ਹੈ। ਦੋਹਰਾ ਕਰ ਇਸ਼ਨਾਨ ਐਰਾਵਤੀ ਗਮਨੇ ਉਠ ਪੁਨ ਸਾਰੇ। ਥੋੜਾ ਜਿਹਾ ਸਮਾਂ ਬੀਤਿਆ, ਪਾਤਸ਼ਾਹ ਉੱਠੇ ਕਿਉਂਕਿ ਰਾਤ ਦਾ ਹੀ ਵੇਲਾ ਸੀ। ਐਰਾਵਤੀ ਕਹਿੰਦੇ ਨੇ ਰਾਵੀ ਦਰਿਆ ਵਗਦਾ ਕਰਤਾਰਪੁਰ ਸਾਹਿਬ ਦੇ ਨੇੜਿਓਂ। ਪਾਤਸ਼ਾਹ ਨੇ ਰਾਵੀ 'ਚ ਜਾ ਕੇ ਇਸ਼ਨਾਨ ਕੀਤਾ ਹੈ। ਸੇਵਾ ਹਿਤ ਲੈਣਾ ਚਲਿਓ ਜਾਂ ਕੋ ਚਰਨ ਆਧਾਰ। ਲਹਿਣਾ ਜੀ ਦਾ ਰੋਜ਼ ਦਾ ਨੇਮ ਸੀ, ਜਦੋਂ ਸਤਿਗੁਰਾਂ ਨੇ ਇਸ਼ਨਾਨ ਨੂੰ ਜਾਣਾ ਭਾਈ ਲਹਿਣਾ ਜੀ ਨਾਲ ਜਾਂਦੇ। ਅੱਜ ਵੀ ਭਾਈ ਲਹਿਣਾ ਜੀ ਸੇਵਕ ਬਣ ਕੇ ਨਾਲ ਚੱਲੇ ਹਨ, ਜਿਨ੍ਹਾਂ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਧਾਰ ਹੈ। ਜੋ ਪਈ ਜਾਏ ਤੀਰ ਪਰ ਬਸਤਰ ਉਤਾਰੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਸਤਰ ਤਿਆਗੇ ਹਨ ਰਾਵੀ ਦਰਿਆ ਦੇ ਕੰਢੇ ਤੇ। ਸ੍ਰੀ ਗੁਰ ਪ੍ਰਵਸ਼ੇ ਨੀਰ ਮਜਾਰੇ। ਇਸ਼ਨਾਨ ਕਰਨ ਵਾਸਤੇ ਸਤਿਗੁਰੂ ਜੀ ਨੇ ਰਾਵੀ ਦੇ ਨਿਰਮਲ ਜਲ 'ਚ ਪ੍ਰਵੇਸ਼ ਕੀਤਾ ਹੈ। ਕਰ ਇਸ਼ਨਾਨ ਮਦ ਠਾਂਡੇ ਰਹੇ। ਪਾਤਸ਼ਾਹ ਇਸ਼ਨਾਨ ਕਰਕੇ ਗਲੇ ਤੱਕ ਪਾਣੀ ਵਿੱਚ ਕਾਫੀ ਸਮੇਂ ਤੱਕ ਖਲੋਤੇ ਰਹਿੰਦੇ ਸੀ ਰਾਵੀ 'ਚ। ਤੋ ਮਹਾਰਾਜ ਗਰੀਬ ਨਵਾਜ ਜੀ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਕੀਤਾ ਤੇ ਜਲ ਵਿੱਚ ਖਲੋ ਗਏ। ਜਿਨ ਬੋ ਦਾਸਨ ਕੇ ਦੁਖ ਦਹੇ। ਐਸੇ ਦੀਨ ਦਿਆਲ ਜਿਨ੍ਹਾਂ ਆਪਣਿਆਂ ਬਹੁਤ ਸਾਰਿਆਂ ਦਾਸਾਂ ਸੇਵਕਾਂ ਦੇ ਦੁੱਖ ਦੂਰ ਕੀਤੇ ਹਨ। ਤੈ ਚਿਨ ਲੈਣੇ ਕੀ ਨਿਸ਼ਨਾਨਾ। ਭਾਈ ਲਹਿਣਾ ਜੀ ਨੇ ਵੀ ਇਸ਼ਨਾਨ ਕੀਤਾ। ਬੈਠਿਓ ਤਟ ਪਰ ਲਾਏ ਤੇ ਆਨਾ। ਭਾਈ ਲਹਿਣਾ ਜੀ ਇਸ਼ਨਾਨ ਕਰਕੇ ਕਿਨਾਰੇ ਤੇ ਆ ਕੇ ਬਹਿ ਜਾਂਦੇ ਸੀ, ਰੋਜ਼ ਦਾ ਨੇਮ ਸੀ। ਜਦੋਂ ਸਤਿਗੁਰਾਂ ਨੇ ਦਰਿਆ ਚੋਂ ਬਾਹਰ ਆਉਣਾ, ਭਾਈ ਲਹਿਣਾ ਜੀ ਨੇ ਬਸਤਰ ਦੇਣੇ, ਮਹਾਰਾਜ ਜੀ ਨੇ ਪਹਿਨ ਕੇ ਨਗਰ ਚ ਆਉਣਾ। ਅੱਜ ਕਹਿੰਦੇ ਸਤਿਗੁਰੂ ਜੀ ਇਸ਼ਨਾਨ ਕਰਨ ਪ੍ਰਵੇਸ਼ ਕਰ ਗਏ ਦਰਿਆ ਵਿੱਚ। ਭਾਈ ਲਹਿਣਾ ਜੀ ਇਸ਼ਨਾਨ ਕਰਕੇ ਕੰਢੇ ਤੇ ਆ ਕੇ ਚੌਂਕੜਾ ਲਾ ਕੇ ਆਪਣੇ ਧਿਆਨ ਦੀ ਮੁਦਰਾ 'ਚ ਬੈਠ ਗਏ। ਦਸਵੇਂ ਦੁਆਰੇ ਸਵਾਸ ਟਿਕਾਇਓ। ਕਹਿੰਦੇ ਸੁਰਤ ਦਸਮ ਦੁਆਰ ਵਿੱਚ ਜਾ ਟਿਕੀ। ਭਾਈ ਲਹਿਣਾ ਜੀ ਜਦੋਂ ਬੈਠੇ ਨਾ, ਪਦਮ ਆਸਣ ਲੱਗਾ ਹੈ ਤੇ ਦਸਮ ਦੁਆਰ ਦੇ ਵਿੱਚ ਜਾ ਕੇ ਸੁਰਤ ਟਿਕ ਗਈ। ਪ੍ਰੇਮ ਨਿਮਗਨ ਧਿਆਨ ਰਸ ਆਇਓ। ਪ੍ਰੇਮ 'ਚ ਇਹੋ ਜਿਹੇ ਨਿਮਗਨ ਹੋਏ ਕਿ ਉਸ ਧਿਆਨ ਵਿੱਚੋਂ ਰਸ ਆਉਣ ਲੱਗਾ। ਜੋ ਸਰੂਪ ਸ਼੍ਰੀ ਨਾਨਕ ਸੁੰਦਰ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੋਹਣਾ ਤੇ ਸੁੰਦਰ ਸਰੂਪ ਹੈ, ਸੋ ਠਹਿਰਾਏ ਹਿਰਦੇ ਕੇ ਅੰਦਰ। ਭਾਈ ਲਹਿਣਾ ਜੀ ਨੇ ਉਹ ਸਰੂਪ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸੁੰਦਰ ਸਰੂਪ ਹੈ ਨਾ, ਉਸ ਸੋਹਣੇ ਜਿਹੇ ਸਰੂਪ ਨੂੰ ਭਾਈ ਲਹਿਣਾ ਜੀ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਉਸ ਸਰੂਪ ਦੇ ਰਸ ਵਿੱਚ ਮਗਨ ਹੋ ਕੇ ਸਮਾਧੀ ਸਥਿਤ ਹੋ ਕੇ ਬੈਠੇ ਰਹੇ। ਪਇਓ ਵਿਦੇ ਦੇ ਸੁਧ ਨਾਈ। ਆਪ ਦੇਹ ਤੋਂ ਬਦੇ ਹੋ ਗਏ। ਆਪਣੇ ਸਰੀਰ ਦੀ ਕੋਈ ਸੁੱਧ ਬੁੱਧ ਭਾਈ ਲਹਿਣਾ ਜੀ ਨੂੰ ਨਹੀਂ ਰਹੀ। ਅੰਦਰ ਗੁਰੂ ਨਾਨਕ ਸਾਹਿਬ ਦੀ ਮੂਰਤ ਵਿੱਚ ਹੀ ਧਿਆਨ ਜੁੜ ਗਿਆ। ਸੁਖੇ ਅਮੋਲ ਪਾਇਓ ਉਰਮਾਈ। ਔਰ ਆਪਣੇ ਹਿਰਦੇ 'ਚ ਅਮੋਲਕ ਸੁਖ ਪ੍ਰਾਪਤ ਕੀਤਾ। ਨਿਸ਼ਚਲ ਬੈਠਿਓ ਧਿਆਨ ਨਿਮਗਨਾ। ਔਰ ਨਿਸ਼ਚਲ ਹੋ ਕੇ ਧਿਆਨ ਵਿੱਚ ਨਿਮਗਨ ਹੋ ਕੇ ਬੈਠੇ ਰਹੇ। ਗੁਰ ਸਰੂਪ ਕੀ ਇਕ ਲਿਵ ਲਗਨਾ। ਇੱਕ ਗੁਰੂ ਨਾਨਕ ਸਾਹਿਬ ਦੇ ਸੋਹਣੇ ਰੂਪ ਦੀ ਲਿਵ ਲੱਗੀ ਹੋਈ। ਬਸ ਗੁਰੂ ਨਾਨਕ ਸਾਹਿਬ ਦਾ ਹੀ ਧਿਆਨ ਹਿਰਦੇ ਵਿੱਚ ਬਣਿਆ ਹੋਇਆ। ਸ਼੍ਰੀ ਗੁਰ ਬੰਦੇ ਪ੍ਰੇਮ ਕੀ ਡੋਰੀ।
ਬਾਹਰ ਭਾਈ ਲਹਿਣਾ ਜੀ ਬੈਠੇ ਤੇ ਰਾਵੀ ਦਰਿਆ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਖੜੇ ਹਨ। ਭਾਈ ਲਹਿਣਾ ਜੀ ਨੇ ਇਹੋ ਜਿਹੀ ਪ੍ਰੇਮ ਦੀ ਖਿੱਚ ਕੀਤੀ, ਗੁਰੂ ਸਾਹਿਬ ਦੀ ਮੂਰਤ ਹਿਰਦੇ 'ਚ ਵਸਾਈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਵੀ ਦਰਿਆ ਦੇ ਜਲ ਵਿੱਚ ਟਿਕ ਨਹੀਂ ਸਕੇ, ਪ੍ਰੇਮ ਦੀ ਡੋਰ ਵਿੱਚ ਖਿੱਚੇ ਹੋਏ। ਨਿਜ ਤਪ ਕਰਨ ਦੀਨ ਤਬ ਛੋਰੀ, ਆਪਣੀ ਤਪੱਸਿਆ ਮਹਾਰਾਜ ਜੀ ਨੇ ਵਿੱਚ ਛੱਡ ਦਿੱਤੀ। ਤਟ ਪਰ ਆਏ ਦਾਸ ਕੋ ਹੀਰਾ, ਔਰ ਬਾਹਰ ਆ ਕੇ ਦਰਿਆ ਦੇ ਕੰਢੇ ਤੇ ਆਪਣੇ ਸੇਵਕ ਵੱਲ ਵੇਖਿਆ, ਭਾਈ ਲਹਿਣਾ ਜੀ ਨੂੰ ਬੈਠਿਆਂ ਵੇਖਿਆ। ਜੈ ਸੁਧ ਨੇ ਤਨ ਕੀ ਤਿਸ ਬੇਰਾ, ਵੇਖਿਆ ਭਾਈ ਲਹਿਣਾ ਜੀ ਨੂੰ ਆਪਣੇ ਸਰੀਰ ਦੀ ਕੋਈ ਸੁੱਧ ਨਹੀਂ, ਸਮਾਧੀ ਸਥਿਤ ਬੈਠੇ ਹੋਏ ਨੇ। ਖਾਲਸਾ ਜੀ, ਸਮਾਧੀ ਉਦੋਂ ਲੱਗਦੀ ਹੈ ਜਦੋਂ ਮਨ ਨਾ ਰਹੇ। ਜਦੋਂ ਤੱਕ ਮਨ ਹੈ ਉਦੋਂ ਤੱਕ ਸਮਾਧੀ ਨਹੀਂ ਲੱਗ ਸਕਦੀ। ਸਮਾਧੀ ਦੀ ਅਵਸਥਾ ਹੀ ਉਹ ਹੈ ਜਿੱਥੇ ਮਨ ਵਿਲੈ ਹੋ ਜਾਏ। ਭਾਈ ਲਹਿਣਾ ਜੀ ਅੰਦਰ ਮਨ ਨਹੀਂ, ਕੇਵਲ ਗੁਰਮੂਰਤ ਹੈ। ਉਸ ਗੁਰਮੂਰਤ ਵਿੱਚ ਹੀ ਧਿਆਨ ਜੁੜ ਗਿਆ। ਆਪਣੇ ਸੇਵਕ ਨੂੰ ਸਮਾਧੀ ਸਥਿਤ ਬੈਠਿਆਂ ਵੇਖਿਆ ਹੈ। ਵੈਰ ਰੂਪ ਨੇ ਪਿਖੇ ਅਨੂਪਾ, ਹੁਣ ਮੂਰਤ ਅੰਦਰ ਵਸਦੀ ਪਈ ਆ, ਉਹਨੂੰ ਵੇਖ ਰਹੇ ਨੇ ਭਾਈ ਲਹਿਣਾ ਜੀ। ਖਾਲਸਾ ਜੀ ਨੂੰ ਸਾਹ ਵਿਕਲਪ ਸਮਾਧੀ ਕਹਿੰਦੇ। ਇੱਕ ਨਿਰਵਿਕਲਪ ਸਮਾਧੀ ਹੁੰਦੀ ਹੈ। ਸਾਹ ਵਿਕਲਪ ਸਮਾਧੀ 'ਚ ਬੈਠੇ ਨੇ ਭਾਈ ਲਹਿਣਾ ਜੀ। ਹੁਣ ਬਾਹਰ ਗੁਰੂ ਨਾਨਕ ਸਾਹਿਬ ਖੜੇ ਨੇ, ਉਹ ਨਹੀਂ ਪਏ ਦਿਸਦੇ। ਉਹੀ ਮੂਰਤ ਜਿਹੜੀ ਹਿਰਦੇ ਵਿੱਚ ਵਸਦੀ ਆ ਉਹਦੇ ਵੱਲ ਵੇਖ ਰਹੇ ਹਨ। ਅੰਤਰ ਧਿਆਨ ਰੂਪੇ ਅਨਰੂਪਾ, ਔਰ ਉਸ ਰੂਪ ਦੇ ਵਿੱਚ ਸੁਰਤ ਜੋੜੀ ਹੋਈ। ਮਹਾਰਾਜ ਜੀ ਬਾਹਰ ਖੜੇ ਵੇਖਿਆ ਕਿ ਭਾਈ ਲਹਿਣਾ ਜੀ ਅੱਖਾਂ ਨਹੀਂ ਖੋਲਦੇ, ਅੰਦਰ ਉਸ ਸਰੂਪ ਵਿੱਚ ਤਾੜੀ ਲਾਈ ਹੋਈ ਹੈ। ਮਹਾਰਾਜ ਜੀ ਨੇ ਖੇਡ ਵਰਤਾਈ। ਪਾਤਸ਼ਾਹ ਨੇ ਆਪਣਾ ਰੂਪ ਭਾਈ ਲਹਿਣਾ ਜੀ ਦੇ ਅੰਦਰੋਂ ਅਲੋਪ ਕਰ ਲਿਆ। ਹਾਂਜੀ, ਤੈ ਚਿਨ ਰੂਪ ਧਿਆਨ ਮੈਂ ਜੋ, ਜਿਹੜਾ ਸਵਰੂਪ ਗੁਰੂ ਨਾਨਕ ਸਾਹਿਬ ਦਾ ਭਾਈ ਲਹਿਣਾ ਜੀ ਨੇ ਆਪਣੇ ਧਿਆਨ ਵਿੱਚ ਧਾਰਿਆ ਹੋਇਆ ਸੀ, ਲੈਣੇ ਤੇ ਛਿਪਾਏ ਲੀਏ ਸੋ, ਮਹਾਰਾਜ ਜੀ ਨੇ ਆਪਣਾ ਉਹ ਸਰੂਪ ਭਾਈ ਲਹਿਣਾ ਜੀ ਦੀਆਂ ਉਸ ਧਿਆਨ ਵਿੱਚੋਂ ਛੁਪਾ ਲਿਆ। ਤਬ ਸਾ ਪ੍ਰਮ ਹੋਏ ਖੁੱਲੇ ਬਿਲੋਚਨ, ਜਦੋਂ ਇੱਕਦਮ ਸਰੂਪ ਮਹਾਰਾਜ ਜੀ ਨੇ ਆਪਣਾ ਛੁਪਾ ਲਿਆ ਨਾ ਭਾਈ ਲਹਿਣਾ ਜੀ ਦੇ ਅੰਦਰ, ਇੱਕਦਮ ਤਰਵਕ ਕੇ ਅੱਖਾਂ ਖੁੱਲੀਆਂ ਭਾਈ ਲਹਿਣਾ ਜੀ ਦੀਆਂ। ਇਹ ਕੀ ਹੋਇਆ? ਮਹਾਰਾਜ ਜੀ ਦਾ ਸਰੂਪ ਅੰਦਰੋਂ ਅਲੋਪ ਹੋ ਗਿਆ। ਇੱਕਦਮ ਤਰਵਕ ਕੇ, ਜਿਵੇਂ ਸਭਰਮ ਕਹਿੰਦੇ ਨੇ, ਤਰਵਕ ਕੇ, ਜਿਵੇਂ ਕੋਈ ਬਹੁਤ ਜ਼ਿਆਦਾ ਘਾਟਾ ਪਿਆ ਹੋਵੇ, ਇਉਂ ਤਰਵਕ ਕੇ ਭੈ ਭੀਤ ਹੋ ਕੇ ਨੇਤਰ ਖੋਲੇ। ਦੇਖੇ ਆਗੇ ਸੋਚ ਵਿਮੋਚਨ, ਨੇਤਰ ਖੋਲੇ ਤੇ ਬਾਹਰ ਸੋਚਾਂ ਦਾ, ਚਿੰਤਾਵਾਂ ਦਾ ਨਾਸ਼ ਕਰਨ ਵਾਲੇ ਦੀਨ ਦਿਆਲ ਸਤਿਗੁਰੂ ਬੇਦੀਆਂ ਦੀ ਕੁੱਲ ਦੇ ਸਿਰਮੌਰ ਧੰਨ ਗੁਰੂ ਨਾਨਕ ਸਾਹਿਬ ਜੀ ਖੜੇ ਹਨ। ਹੱਥ ਬੰਦ ਕਹਿ ਕੀਨ ਪ੍ਰਣਾਮਾ, ਭਾਈ ਲਹਿਣਾ ਜੀ ਨੇ ਹੱਥ ਬੰਨੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾ ਕੇ ਪ੍ਰਣਾਮ ਕੀਤੀ। ਲੈ ਨਿਜ ਸੰਗ ਚਲੇ ਸੁਖ ਧਾਮਾ, ਮਹਾਰਾਜ ਜੀ ਕਹਿੰਦੇ ਚਲੋ ਪੁਰਖਾ ਚੱਲੀਏ ਨਗਰ ਵੱਲ। ਵਸਤਰ ਧਾਰਨ ਕੀਤੇ ਤੇ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਨਗਰ ਵੱਲ ਆਏ। ਧਰਮਸਾਲ ਮੈਂ ਆਨ ਬਿਰਾਜੇ, ਧਰਮਸ਼ਾਲਾ ਵਿੱਚ ਆਣ ਬਿਰਾਜੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ। ਜੋ ਸਿੱਖਨ ਕੇ ਸਭ ਸੁਖ ਛਾਜੇ, ਐਸੇ ਸਤਿਗੁਰੂ ਜੋ ਆਪਣੇ ਸਿੱਖਾਂ ਨੂੰ ਸਾਰੇ ਸੁੱਖ ਦੇਣ ਵਾਲੇ ਨੇ, ਸਰਬ ਸੁੱਖਾਂ ਦੇ ਓਲੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਲੈਣੇ ਕੋ ਬਿਠਾਏ ਤੈ ਕਾਲਾ, ਪਾਤਸ਼ਾਹ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਤੋਂ ਬਾਅਦ, ਭਾਈ ਲਹਿਣਾ ਜੀ ਨੂੰ ਆਪਣੇ ਤਖਤ ਦੇ ਉੱਤੇ ਬਿਠਾਇਆ ਹੈ। ਅੱਗੇ ਭਾਈ ਲਹਿਣਾ ਜੀ ਸਾਹਿਬ ਦੇ ਚਰਨਾਂ 'ਚ ਬਹਿੰਦੇ ਸਨ। ਅੱਜ ਗੁਰਦੇਵ ਨੇ ਭਾਈ ਲਹਿਣਾ ਜੀ ਨੂੰ ਆਪਣੇ ਤਖਤ ਤੇ ਬਿਠਾਇਆ ਹੈ। ਸੰਗਤ ਸਰਬ ਬੁਲਾਏ ਵਿਸਾਲਾ, ਜਿੰਨੀ ਸੰਗਤ ਸੀ ਸਾਰੀ ਸੰਗਤ ਨੂੰ ਸੱਦ ਲਿਆ, ਬੁਲਾ ਲਿਆ। ਦੋਨੋਂ ਸੁਤ ਕੋ ਨਿਕਟ ਹਕਾਰਾ, ਦੋਨੋਂ ਸਾਹਿਬਜ਼ਾਦਿਆਂ ਨੂੰ ਵੀ ਬੁਲਾਇਆ। ਆਏ ਤਬੇ ਧਰਮਸਾਲ ਮਜਾਰਾ, ਸਾਰੀ ਸੰਗਤ ਸਾਰੇ ਸਿੱਖ ਸਾਹਿਬਜ਼ਾਦਿਆਂ ਸਮੇਤ ਧਰਮਸ਼ਾਲਾ ਵਿੱਚ ਆਏ। ਲੈਣੇ ਕੋ ਕਰੁਣਾ ਯੁਤ ਹੀਰਾ, ਭਾਈ ਲਹਿਣਾ ਜੀ ਵੱਲ ਮਹਾਰਾਜ ਜੀ ਨੇ ਆਪਣੇ ਕਰੁਣਾ ਭਰੇ ਰਸੀਲੇ ਨੇਤਰਾਂ ਨਾਲ ਵੇਖਿਆ। ਲੀਏ 5 ਪੈਸੇ ਇੱਕ ਨਾਲੇਰੀਆ, 5 ਪੈਸੇ ਤੇ ਇੱਕ ਸ਼੍ਰੀ ਫਲ ਨਾਰੀਅਲ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਲਿਆ। ਕੀਨ ਪ੍ਰਦਚਨ 3 ਚੁਫੇਰੇ, ਹੱਥ 'ਚ ਪਕੜ ਕੇ 3 ਪਰਕਰਮਾਂ ਭਾਈ ਲਹਿਣਾ ਜੀ ਦੀਆਂ, ਭਾਵ ਗੁਰੂ ਅੰਗਦ ਦੇਵ ਜੋ ਹੋ ਗਏ ਨੇ
ਧੰਨ ਗੁਰੂ ਅੰਗਦ ਸਾਹਿਬ ਜੀ ਦੀਆਂ 3 ਪਰਿਕਰਮਾ ਕੀਤੀਆਂ। ਕਰਤੇ ਧਰ ਕੈ ਭੇਟ ਅਗੇਰੇ, ਇਸ ਪਰਿਕਰਮਾ ਕਰਕੇ 5 ਪੈਸੇ ਤੇ ਸ਼੍ਰੀ ਫਲ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਰੱਖ ਕੇ ਹੱਥ ਜੋੜ ਕੈ ਸੀਸ ਨਿਵਾਇਓ, ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰੇ ਵਿਸ਼ਵ ਨੂੰ ਜਿੱਤ ਲੈਣ ਵਾਲੇ ਗੁਰੂ ਨਾਨਕ ਸਾਹਿਬ ਅੱਜ ਜੇ ਝੁਕੇ ਨੇ ਤਾਂ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਤੇ ਸੀਸ ਟੇਕਿਆ ਹੈ। ਲੈਣਾ ਪਿਕ ਡਰਿਓ ਬਿਸਮਾਇਓ, ਇਹ ਵੇਖ ਕੇ ਗੁਰੂ ਅੰਗਦ ਦੇਵ ਸਾਹਿਬ ਇੱਕਦਮ ਡਰ ਗਏ, ਪੈਰ ਆਪਣੇ ਚਰਨ ਸੰਕੋਚ ਲੈ ਵੀ ਆ ਕੀ ਦੀਨ ਦੁਨੀਆ ਦੇ ਮਾਲਕ ਜਗਤ ਸੁਆਮੀ ਇਹ ਕੀ ਕਰ ਰਹੇ ਹਨ। ਔਰ ਵਿਚਾਰ ਵਿਪਰੀਤ ਮਾਨਾ, ਇੱਕਦਮ ਮਨ ਚ ਵਿਪਰੀਤ ਭਾਵ ਆਇਆ। ਕੀ ਆਇਆ ਦੱਸਦੇ ਨੇ, ਤੈ ਛਿਨ ਏ ਬਿਦ ਬਚਨ ਬਖਾਨਾ, ਬੋਲੇ ਕਹਿਣ ਲੱਗੇ ਤੁਮ ਕਰਤਾਰ ਸਰਬ ਸਿਰ ਤਾਜਾ, ਕਹਿਣ ਲੱਗੇ ਹੇ ਗੁਰੂ ਬਾਬਾ ਜੀ ਤੁਸੀਂ ਜਗਤ ਦੇ ਕਰਤਾਰ ਸਾਰੇ ਸੰਸਾਰ ਦੇ ਸਰਤਾਜ ਮਾਲਕ ਸੁਆਮੀ ਹੋ। ਪਰਮ ਪਰਮੇਸ਼ਵਰ ਸ਼੍ਰੀ ਮਹਾਰਾਜਾ, ਪਰਮ ਪਰਮੇਸ਼ਵਰ ਸ਼੍ਰੀ ਮਹਾਰਾਜ ਹੋ। ਜਿਸ ਤਨ ਕੋ ਤੁਮ ਨੇ ਸਿਰ ਨਿਆਇਓ, ਇਸ ਸਰੀਰ ਨੂੰ ਜਿਸ ਸਰੀਰ ਨੂੰ ਤੁਸੀਂ ਆਪਣਾ ਸੀਸ ਦਬਾਇਆ, ਉਚਿਤ ਬੜੇ ਦੁੱਖ ਮੈਂ ਲਖ ਪਾਇਓ, ਇਹੋ ਜਿਹੇ ਸਰੀਰ ਨੂੰ ਦੁਖੀ ਹੋਣਾ ਚਾਹੀਦਾ, ਇਹੋ ਜਿਹੇ ਸਰੀਰ ਨੂੰ ਨਸ਼ਟ ਹੋ ਜਾਣਾ ਚਾਹੀਦਾ ਜਿਹਨੂੰ ਤੁਸੀਂ ਸੀਸ ਝੁਕਾ ਰਹੇ ਹੋ। ਜਦੋਂ ਗੁਰੂ ਅੰਗਦ ਸਾਹਿਬ ਨੇ ਭਾਵਨਾ ਵਸ ਹੋ ਕੇ ਬਚਨ ਕਹੇ, ਦੋਹਰਾ ਸੁਨ ਸ਼੍ਰੀ ਗੁਰ ਤਬ ਕਿਓ ਕਿਰਪਾ ਰਸੀਲੇ ਨੈਣ, ਜਦੋਂ ਗੁਰੂ ਅੰਗਦ ਸਾਹਿਬ ਨੇ ਇਹ ਕਿਹਾ ਨਾ ਤੇ ਕਿਰਪਾ ਭਰੇ ਨੇਤਰਾਂ ਨਾਲ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ, ਪੁਰਖਾ ਬਸ ਤੂਸ਼ਨ ਕਰੋ ਬੋਹਰ ਨਾ ਬੋਲਿਓ ਬੈਨ। ਮਹਾਰਾਜ ਜੀ ਨੇ ਆਖਿਆ ਪੁਰਖਾ ਚੁੱਪ ਰਹੋ, ਹੁਣ ਨਾ ਕੋਈ ਬੋਲ ਬੋਲਿਓ, ਕਿਉਂਕਿ ਹੁਣ ਜੋ ਕਹੋਗੇ ਜੋ ਸੋਚੋਗੇ ਉਹ ਹੋ ਜਾਏਗਾ। ਤੁਹਾਡੇ ਹਿਰਦੇ ਵਿੱਚ ਅਸੀਂ ਆਣ ਟਿਕੇ ਹਾਂ। ਇਹ ਹੁਣ ਇਹ ਬਚਨ ਇਹ ਬੋਲ ਨਾ ਬੋਲੋ। ਜੋ ਪਈ ਜੋ ਉਚਰੋ ਸੋ ਹੋਵੇ ਸਾਚੀ, ਕਿਉਂਕਿ ਹੁਣ ਜੋ ਉਚਰੋਗੇ ਜੋ ਕਹੋਗੇ ਉਹ ਸੱਚ ਹੋ ਜਾਵੇਗਾ। ਪੁਨ ਅਸ ਕਰੋ ਨਾ ਗਿਰਾ ਉਬਾਚੀ, ਹੁਣ ਮੁੜ ਕੇ ਐਸਾ ਬੋਲ ਐਸੀ ਗਿਰਾ ਨਹੀਂ ਬੋਲਣੀ। ਆਇਸ ਮੰਨੋ ਅਸਮਤ ਮੇਰੋ, ਸਾਡਾ ਇਹ ਮਤ ਹੈ ਕਿ ਤੁਸੀਂ ਸਾਡੀ ਆਗਿਆ ਮੰਨੋ। ਪਾ ਸਭ ਕੋ ਗੁਰ ਹੋਏ ਜਗ ਚੇਰੋ, ਤੁਸੀਂ ਅੱਜ ਤੋਂ ਬਾਅਦ ਸਾਰੇ ਜਗਤ ਦੇ ਗੁਰੂ ਹੋ ਔਰ ਇਹ ਜਗਤ ਤੁਹਾਡਾ ਚੇਰਾ ਸੇਵਕ ਹੈ। ਅੰਗਦ ਨਾਮ ਆਜ ਤੇ ਹੋਈ, ਪਹਿਲਾ ਨਾਮ ਤੁਹਾਡਾ ਭਾਈ ਲੈਣਾ ਸੀ, ਅੱਜ ਤੋਂ ਬਾਅਦ ਤੁਹਾਡਾ ਨਾਮ ਗੁਰੂ ਅੰਗਦ ਦੇਵ ਹੋ ਗਿਆ, ਸੰਸਾਰ ਵਿੱਚ ਪ੍ਰਗਟ ਹੋ ਗਿਆ। ਨਿਜ ਅੰਗਦ ਤੇ ਕੀਨੋ ਤੋਈ, ਅੰਗਦ ਦੇਵ ਤਾਂ ਹੋਇਆ ਕਿਉਂਕਿ ਮੈਂ ਆਪਣੇ ਅੰਗਾਂ ਤੋਂ ਤੁਹਾਨੂੰ ਅੰਗਦ ਬਣਾਇਆ ਹੈ। ਮੇਰੇ ਅੰਗ ਲੱਗ ਕੇ ਤੁਸੀਂ ਅੰਗਦ ਦੇਵ ਹੋਏ ਹੋ। ਸਿਮਰਨ ਸਤ ਨਾਮ ਪ੍ਰਗਟਾਵੋ, ਪਰਮੇਸ਼ਰ ਦਾ ਸੱਚਾ ਨਾਮ ਇਹ ਸਿਮਰਨ ਸੰਸਾਰ ਵਿੱਚ ਪ੍ਰਗਟਾਵੋ, ਪ੍ਰਗਟ ਕਰੋ। ਜੈ ਤੈ ਸਿੱਖੀ ਰੀਤ ਚਲਾਵੋ, ਕਿੱਥੇ ਸਿੱਖੀ ਦੀ ਮਰਿਆਦਾ ਚਲਾਓ, ਸਿੱਖੀ ਦੀ ਰੀਤ ਟੋਰੋ। ਅਸ ਕੈ ਪ੍ਰਭ ਤਵੈ ਰੂਪ ਸੁਹਾਇਓ, ਕਹਿੰਦੇ ਏਦਾਂ ਕਹਿ ਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ 2 ਰੂਪ ਬਾਹਰ ਲਏ, ਸਰੀਰ ਵੱਖਰੇ ਵੱਖਰੇ ਦਿਸ ਰਹੇ ਨੇ। ਜਨ ਸ਼੍ਰੀ ਗੰਗ ਤਰੰਗੇ ਉਠਾਇਓ, ਜਿਵੇਂ ਗੰਗਾ ਦੇ ਪਾਣੀ 'ਚ ਕੋਈ ਤਰੰਗ ਉੱਪਰ ਉੱਠਦੀ ਤੇ ਤਰੰਗ ਤੇ ਗੰਗ ਪਾਣੀ ਵੱਖੋ ਵੱਖਰੇ ਦਿਸਦੇ ਨੇ, ਪਰ ਹੁੰਦੇ ਤਾਂ ਇੱਕ ਹੀ ਨੇ ਨਾ, ਭੇਦ ਤਾਂ ਕੋਈ ਨਹੀਂ। ਕਹਿੰਦੇ ਏਦਾਂ ਸਰੀਰ ਹੀ 2 ਦਿਸ ਰਹੇ ਨੇ। ਨੀਕੇ ਦਿਪਿਓ ਪ੍ਰਕਾਸ਼ ਵਿਸਾਲਾ, ਜਿਹੜਾ ਪ੍ਰਕਾਸ਼ ਗੁਰੂ ਬਾਬਾ ਜੀ ਦੇ ਪਾਸ ਹੈ ਉਹੀ ਪ੍ਰਕਾਸ਼ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਪ੍ਰਕਾਸ਼ਿਆ ਹੈ। ਜੋ ਮਸ਼ਾਲ ਤੇ ਜਗੇ ਮਸਾਲਾ, ਜਿਵੇਂ ਇੱਕ ਮਸ਼ਾਲ ਤੋਂ ਦੂਜੀ ਮਸ਼ਾਲ ਜਗ ਜੇ ਤੇ ਪਹਿਲੀ ਦਾ ਲੋ ਥੋੜੀ ਘਟ ਜਾਂਦੀ ਹੈ ਤੇ ਦੂਜੀ ਦੀ ਉਹਦੇ ਨਾਲੋਂ ਵੱਧ ਘਟ ਦੀ ਇੱਕੋ ਜਿਹੀ ਹੋ ਜਾਂਦੀਆਂ ਨੇ ਨਾ। ਕਹਿੰਦੇ ਜਿਵੇਂ ਕੋਈ ਮਸ਼ਾਲ ਤੋਂ ਅੱਗੇ ਮਸ਼ਾਲ ਜਗਦੀ ਹੈ। ਜਗ ਮੈਂ ਉਲਟੀ ਗੰਗ ਵਹਾਈ, ਲੋਕ ਹੈਰਾਨ ਸਨ, ਉਲਟੀ ਗੰਗਾ ਵਹਿ ਪਈ। ਭਾਈ ਸੱਤੇ ਤੇ ਬਲਵੰਡ ਨੇ ਵੀ ਲਿਖਿਆ ਉਲਟੀ ਗੰਗ ਵਹਾਇਓ। ਦੁਨੀਆ ਕਹਿੰਦੀ ਆਹ ਕੀ ਹੋ ਗਿਆ। ਚੇਲੇ ਗੁਰੂਆਂ ਨੂੰ ਮੱਥਾ ਟੇਕਦੇ ਸਨ, ਪਰ ਅੱਜ ਗੁਰੂ ਨੇ ਚੇਲੇ ਨੂੰ ਨਮਸਕਾਰ ਕੀਤੀ ਏ ਤਾਂ ਉਲਟੀ ਗੰਗਾ ਵਹਿ ਟੁਰੀ ਪਹਾੜਾਂ ਤੋਂ ਥੱਲੇ ਮੈਦਾਨੀ ਇਲਾਕੇ ਨੂੰ ਗੰਗਾ ਆਉਂਦੀ ਸੁਣੀ ਸੀ, ਪਰ ਮੈਦਾਨ ਵਿੱਚੋਂ ਪਹਾੜ ਨੂੰ ਜਾ ਚੜੇ ਗੰਗਾ ਇਹ ਪਹਿਲੀ ਵਾਰ ਵੇਖਿਆ।
ਚੇਲੇ ਗੁਰੂਆਂ ਨੂੰ ਨਮਸਕਾਰਾਂ ਕਰਦੇ ਵੇਖੇ ਸਨ। ਪਹਿਲੀ ਵਾਰ ਵੇਖਿਆ ਕਿ ਗੁਰੂ ਨੇ ਆਪਣੇ ਚੇਲੇ ਨੂੰ ਸੀਸ ਝੁਕਾ ਕੇ ਨਮਸਕਾਰ ਕੀਤੀ ਹੋਵੇ। ਹਾਂਜੀ, ਸਿੱਖ ਕੋ ਕਰ ਗੁਰ ਦੀ ਗੁਰਿਆਈ, ਕਿ ਆਪਣੇ ਸਿੱਖ ਨੂੰ ਗੁਰਿਆਈ ਦੇ ਦਿੱਤੀ ਹੋਵੇ। ਇਸ ਪ੍ਰਕਾਰ ਤੈਂ ਤਖਤ ਬਿਠਾਇਓ, ਇਹਦਾ ਜਿਹੜਾ ਰਾਜ ਜੋਗ ਦਾ ਤਖਤ ਗੁਰੂ ਨਾਨਕ ਸਾਹਿਬ ਦੇ ਪਾਸ ਹੈ ਨਾ, ਉਹ ਰਾਜ ਜੋਗ ਦਾ ਤਖਤ ਜੋ ਗੁਰੂ ਨਾਨਕ ਸਾਹਿਬ ਆਪ ਮਾਣਦੇ ਨੇ। ਕਬ ਕੱਲ ਸੁਜਸ ਗਾਵੋਂ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ, ਉਹ ਰਾਜ ਜੋਗ ਦਾ ਤਖਤ ਗੁਰੂ ਅੰਗਦ ਸਾਹਿਬ ਨੂੰ ਦਿੱਤਾ ਹੈ। ਬੋਰੋ ਸਭ ਸੋ ਬਚਨ ਅਲਾਇਓ, ਫਿਰ ਸਾਰੀ ਸੰਗਤ ਨੂੰ ਹੁਕਮ ਕਰਕੇ ਬਚਨ ਅਲਾਏ। ਜੇ ਕੋ ਹੋਏ ਮੇਰੋ ਅਨੁਸਾਰੀ, ਪਾਤਸ਼ਾਹ ਕਹਿਣ ਲੱਗੇ ਜਿਹੜੇ ਮੇਰੇ ਅਨੁਸਾਰੀ ਹਨ, ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਸਿੱਖੋ ਜਿਹੜੇ ਤੁਸੀਂ ਮੇਰੀ ਆਗਿਆ ਮੰਨਣ ਵਾਲੇ ਹੋ, ਨਮੋ ਕਰੇ ਪਦ ਪਰ ਸਿਰ ਧਾਰੀ। ਆਓ ਉਠੋ ਤੇ ਵਾਰੀ-ਵਾਰੀ ਗੁਰੂ ਅੰਗਦ ਸਾਹਿਬ ਨੂੰ ਮੇਰਾ ਰੂਪ ਜਾਣ ਕੇ ਸੀਸ ਝੁਕਾ ਕੇ ਨਮਸਕਾਰ ਕਰੋ। ਹਾਂਜੀ, ਮਮ ਸਰੂਪ ਕੋ ਜੈਸੇ ਜਾਣੇ, ਜਿਵੇਂ ਤੁਸੀਂ ਮੇਰਾ ਸਰੂਪ ਜਾਣਦੇ ਹੋ, ਤਿਸੀ ਪ੍ਰਕਾਰ ਇਸੇ ਮਨ ਮਾਨੇ। ਗੁਰੂ ਅੰਗਦ ਸਾਹਿਬ ਨੂੰ ਵੀ ਉਸੇ ਤਰ੍ਹਾਂ ਮੇਰਾ ਰੂਪ ਜਾਣ ਕੇ ਨਮਸਕਾਰ ਕਰਨੀ ਹੈ। ਇਹਨਾਂ ਵਿੱਚ ਔਰ ਮੇਰੇ 'ਚ ਕੋਈ ਭੇਦ ਨਹੀਂ। ਇਹਨਾਂ ਵਿੱਚ ਔਰ ਮੇਰੇ 'ਚ ਭੇਦ ਨਾ ਰੰਚ ਪਛਾਨੋ, ਰੰਚਕ ਭਰ ਵੀ ਭੇਦ ਨਹੀਂ ਜਾਣਨਾ। ਸੁਨ ਰਜਾਏ ਸਤਿਗੁਰ ਕੀ ਤਬਈ, ਸਤਿਗੁਰੂ ਜੀ ਦੀ ਆਗਿਆ ਸੁਣੀ। ਜਿਵੇਂ ਭੱਟਾਂ ਨੇ ਸਵਈਆਂ 'ਚ ਲਿਖਿਆ ਨਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮ। ਇੱਕ ਰੂਪ ਹੀ ਚਲਦੇ ਆ ਰਹੇ। ਗੁਰੂ ਨਾਨਕ ਤਾਤੇ ਅੰਗਦ ਭਇਓ, ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਹੋ ਗਏ। ਤਤ ਸਿਉ ਤਤ ਮਿਲਾਇਓ, ਜੋ ਤਤਵ ਗੁਰੂ ਨਾਨਕ ਸਾਹਿਬ ਵਿੱਚ ਹੈ ਉਹ ਤਤ ਗੁਰੂ ਅੰਗਦ ਸਾਹਿਬ ਵਿੱਚ ਆਣ ਮਿਲਿਆ ਹੈ। ਕੋਈ ਭੇਦ ਨਹੀਂ ਜਾਣਨਾ। ਮਹਾਰਾਜ ਜੀ ਦੀ ਆਗਿਆ ਜਦੋਂ ਸਭ ਨੇ ਸੁਣੀ, ਬੁੱਢੇ ਤੇ ਆਦਿਕ ਸਿੱਖ ਸਭਈ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲੋਂ ਅੱਗੇ ਉੱਠੇ। ਗੁਰਿਆਈ ਦਾ ਤਿਲਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ। ਬਾਬਾ ਜੀ ਨੇ ਨਮਸਕਾਰ ਕੀਤੀ, ਪਿੱਛੇ ਸਾਰੇ ਸਿੱਖ ਪ੍ਰਣਾਮ ਕਰਨ ਲੱਗੇ। ਰੁਖ ਬਿਲੋਕ ਕੈ ਦੋਖ ਨਿਕੰਦਨ, ਸਤਿਗੁਰਾਂ ਦਾ ਹੁਕਮ ਸੀ। ਮਹਾਰਾਜ ਜੀ ਦਾ ਰੁਖ ਵੇਖ ਕੇ ਸਭ ਨੇ ਆਗਿਆ ਪਾਲੀ। ਉਠ ਤਤਕਾਲੀਨ ਸਭਈ ਬੰਧਨ, ਤਤਕਾਲ ਸਾਰਿਆਂ ਨੇ ਉੱਠ ਕੇ ਸਿੱਖਾਂ ਨੇ ਬੰਦਨਾ ਕੀਤੀ। ਜੁਗਲ ਆਤਮਜ ਉਠੇ ਨਾ ਕੋਈ, ਪਰ ਮਹਾਰਾਜ ਜੀ ਦੇ ਦੋਨੋਂ ਸਾਹਿਬਜ਼ਾਦੇ ਨਹੀਂ ਉੱਠੇ। ਬੈਠੇ ਰਹੇ ਮਾਨ ਪਰ ਸੋਈ, ਉਹ ਆਪਣੇ ਮਾਣ 'ਚ ਬੈਠੇ ਰਹੇ ਵੀ ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ। ਸ਼੍ਰੀ ਗੁਰ ਤਿਨ ਕੋ ਗਿਰਾ ਅਲਾਈ, ਸਤਿਗੁਰੂ ਜੀ ਬੋਲੇ। ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਨੂੰ ਕਹਿਣ ਲੱਗੇ, ਤੁਮ ਪੀ ਉੱਠ ਬੰਦੋ ਸਿਰ ਨਿਆਈ। ਕਹਿਣ ਲੱਗੇ ਸਾਹਿਬਜ਼ਾਦਿਓ ਤੁਸੀਂ ਵੀ ਉੱਠੋ ਤੇ ਉੱਠ ਕੇ ਬੰਦਨਾ ਕਰੋ ਗੁਰੂ ਅੰਗਦ ਸਾਹਿਬ ਨੂੰ। ਕਹਿਤ ਪਏ ਇਹ ਦਾਸ ਤਿਹਾਰਾ, ਅੱਗੋਂ ਜਵਾਬ ਦਿੱਤਾ। ਕਹਿਣ ਲੱਗੇ ਜੀ ਇਹ ਤੁਹਾਡਾ ਦਾਸ ਹੈ। ਹਮ ਸੁਤ ਊਰਦ ਪਦ ਅਧਿਕਾਰਾ, ਦਾਸ ਹੈ, ਅਸੀਂ ਤੁਹਾਡੇ ਪੁੱਤਰ ਆ ਤੇ ਦਾਸਾਂ ਨਾਲੋਂ ਪੁੱਤਰਾਂ ਦਾ ਰੁਤਬਾ ਵੱਡਾ ਹੁੰਦਾ ਹੈ। ਕਹਿੰਦੇ ਅਸੀਂ ਪੁੱਤਰ ਆ, ਇਹ ਤੁਹਾਡਾ ਦਾਸ ਹੈ। ਕੈਸੇ ਬਨੇ ਬੰਦਨਾ ਕਰਨੀ, ਤੇ ਅਸੀਂ ਤੁਹਾਡੇ ਪੁੱਤਰ ਹੋ ਕੇ ਤੁਹਾਡੇ ਦਾਸ ਨੂੰ ਕਿਵੇਂ ਬੰਦਨਾ ਕਰੀਏ, ਕਿਵੇਂ ਨਮਸਕਾਰ ਕਰੀਏ। ਹਮ ਤੇ ਕਰੀ ਨ ਜਾਏ ਅਕਰਨੀ, ਸਾਡੇ ਕੋਲੋਂ ਨਹੀਂ ਇਹ ਨਾ ਕੀਤੇ ਜਾਣ ਵਾਲਾ ਕੰਮ ਕਰ ਹੋਣਾ। ਇਹ ਕਹਿ ਆਪਣੇ ਸਦਨ ਸਿਧਾਰੇ, ਕਹਿ ਕੇ ਦੋਨੋਂ ਸਾਹਿਬਜ਼ਾਦੇ ਉੱਠ ਕੇ ਮਹਿਲਾਂ ਨੂੰ ਚਲੇ ਗਏ। ਪਿਤ ਕਰ ਤਬ ਕੁਛ ਹਿਰਦੇ ਨ ਤਾਰੇ, ਸਤਿਗੁਰਾਂ ਦੀ ਖੇਡ ਨੂੰ ਨਹੀਂ ਹਿਰਦੇ 'ਚ ਜਾਣ ਸਕੇ। ਮਹਿਮਾ ਲਖ ਕਹਿ ਕਯੋ ਨ ਮਾਨਿਓ, ਸਤਿਗੁਰਾਂ ਦੀ ਮਹਿਮਾ ਲੱਖ ਕੇ ਮਹਾਰਾਜ ਜੀ ਦਾ ਕਹਿਣਾ ਨਹੀਂ ਮੰਨਿਆ, ਕਿਉਂਕਿ ਪਿਤਾ ਰੂਪ ਕਰਕੇ ਹੀ ਵੇਖ ਰਹੇ ਨੇ ਸਾਰੀ ਜ਼ਿੰਦਗੀ। ਕਿਉਂਕਿ ਪੂਰਬਲੇ ਜਨਮਾਂ 'ਚ ਤਪ ਕੀਤਾ ਸੀ, ਤਪ ਕਰਕੇ ਮੰਗੀ ਇਹ ਮੰਗੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਪਿਤਾ ਰੂਪ 'ਚ ਦਰਸ਼ਨ ਦਿਓ, ਅਕਾਲ ਪੁਰਖ ਜੀ। ਤੇ ਹੁਣ ਪੁੱਤਰ ਬਣ ਕੇ ਹੀ ਰਹਿਣਾ ਸੀ ਨਾ। ਤੇ ਪੁੱਤਰ ਤੇ ਪਿਤਾ ਦਾ ਰਿਸ਼ਤਾ ਤੇ ਦਾਸ ਤੇ ਸੁਆਮੀ ਦਾ ਰਿਸ਼ਤਾ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ। ਹਾਂਜੀ,
ਤੈ ਚਿਨ ਸ਼੍ਰੀ ਗੁਰ ਕਛ ਨ ਬਖਾਨਿਓ। ਸਤਿਗੁਰੂ ਜੀ ਉਸ ਵੇਲੇ ਕੁਝ ਨਹੀਂ ਬੋਲੇ। ਬੈਠ ਕਏ ਅੰਗਦ ਸੰਗ ਬਚਨਾ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ, ਪਰ ਉਪਕਾਰ ਜਿਨੇ ਮਨ ਰਚਨਾ। ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਮਨ ਹਮੇਸ਼ਾ ਪਰਉਪਕਾਰ ਕਰਦਾ ਤੇ ਪਰਉਪਕਾਰ ਹੀ ਚਿਤਵਦਾ ਹੈ। ਅਬ ਤੁਮ ਜਗਤ ਉਧਾਰਨ ਕਾਰਨ। ਆਖਿਆ ਹੈ ਪੁਰਖਾ ਹੁਣ ਜਗਤ ਦੇ ਜੀਵਾਂ ਨੂੰ ਉਧਾਰਨੇ ਵਾਸਤੇ ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਤੁਸੀਂ ਜੋ ਮੂਲ ਮੰਤਰ ਹੈ ਉਹਦਾ ਸੁਧਾਰਨ ਕਹੀਏ, ਉਹਨੂੰ ਇਕੱਤਰ ਕਰੋ। ਜਪਜੀ ਸਾਹਿਬ ਦੀ ਬਾਣੀ, ਇਹਨੂੰ ਮਾਲਾ ਮੰਤਰ ਵੀ ਕਹਿੰਦੇ, ਜਪ ਨਿਸ਼ਾਨ ਵੀ ਕਹਿੰਦੇ। ਮਹਾਰਾਜ ਜੀ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਨਹੀਂ ਉਚਾਰੀ, ਵੱਖੋ ਵੱਖਰਿਆਂ ਥਾਵਾਂ ਤੇ ਪੌੜੀਆਂ ਉਚਾਰਨ ਕੀਤੀਆਂ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਡਿਊਟੀ ਲਾਈ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਤੇ ਬੈਠੇ ਕਿ ਤੁਸੀਂ ਸਾਡੀ ਇਸ ਬਾਣੀ ਨੂੰ ਇਕੱਤਰ ਕਰੋ, ਇਹਦੀ ਤਰਤੀਬ ਬਣਾਓ। ਮਮ ਬਾਣੀ ਗੁਣ ਖਾਨੀ ਦੇਖਾ। ਸਾਡੀ ਬਾਣੀ ਜੋ ਅਕਾਲ ਪੁਰਖ ਦੇ ਧੁਰ ਦਰਗਾਹ ਤੋਂ ਆਈ ਹੈ ਉਹਨਾਂ ਨੂੰ ਗੁਣਾਂ ਦੀ ਖਾਨ ਕਰਕੇ ਵੇਖੋ। ਲੀਜੇ ਬੀਨੇ ਬੀਨ ਵਿਸ਼ੇਖਾ। ਜਿੱਥੇ ਜਿੱਥੇ ਵੀ ਸ਼ਬਦ ਨੇ ਸਾਡੀ ਬਾਣੀ ਦੇ ਉਹਨਾਂ ਨੂੰ ਇਕੱਠੇ ਕਰੋ। ਹਮੇ ਸੁਨਾਵਤ ਜਾਓ ਉਚਾਰਾ। ਔਰ ਇਕੱਠੇ ਕਰਕੇ ਸਾਨੂੰ ਸੁਣਾਉਂਦੇ ਚਲੇ ਜਾਓ। ਬੰਦ ਮਿਰਜਾਤ ਕਰੋ ਉਪਕਾਰ। ਉਸ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਉਹਦੀ ਮਰਿਆਦਾ ਬੰਨੋ। ਇਹ ਜਗਤ ਦੇ ਉੱਤੇ ਤੁਹਾਡਾ ਬੜਾ ਵੱਡਾ ਉਪਕਾਰ ਹੋਵੇਗਾ। ਹਮ ਤੇ ਜੋ ਜਨਮੇ ਪਛਾਤਾ। ਜਿਹੜੇ ਸਾਡੇ ਤੋਂ ਬਾਅਦ ਜਨਮਣਗੇ ਤਿਨ ਸਭ ਕੋ ਹੋਵੇ ਗਤ ਦਾਤਾ। ਇਹ ਬਾਣੀ ਜਦੋਂ ਤੁਸੀਂ ਇਹਦੀ ਤਰਤੀਬ ਬਣਾ ਦਿਓਗੇ, ਸਾਰੀਆਂ ਪੌੜੀਆਂ ਜਪਜੀ ਸਾਹਿਬ ਦੀ ਤਰਤੀਬ ਬਣਾ ਦਿਓਗੇ, ਮਹਾਰਾਜ ਜੀ ਕਹਿੰਦੇ ਸਾਡੇ ਤੋਂ ਬਾਅਦ ਸਰੀਰ ਤਿਆਗਣ ਤੋਂ ਜਿਹੜੇ ਜੀਵ ਸੰਸਾਰ ਵਿੱਚ ਜਨਮਣਗੇ, ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਇਹ ਬਾਣੀ ਉਹਨਾਂ ਨੂੰ ਮੁਕਤੀ ਦੇਵੇਗੀ, ਇਹ ਬਾਣੀ ਉਹਨਾਂ ਦੀ ਕਲਿਆਣ ਕਰੇਗੀ। ਜਿਉ ਜਹਾਜ਼ ਚੜ ਸਾਗਰ ਤਰਹੀ। ਜਿਵੇਂ ਕਿਸੇ ਜਹਾਜ਼ ਤੇ ਚੜ ਕੇ ਸੰਸਾਰ ਸਮੁੰਦਰ ਨੂੰ ਤਰੀਦਾ, ਤਿਉ ਤੈ ਪੜ ਸੰਸਾਰ ਉਦਰਹੀ। ਇਸੇ ਤਰ੍ਹਾਂ ਜਿਹੜੇ ਇਸ ਬਾਣੀ ਨੂੰ ਪੜਨਗੇ ਉਹ ਇਸ ਭਾਵ ਸਾਗਰ ਤੋਂ ਪਾਰ ਉਤਰਨਗੇ। ਸੁਨ ਸ਼੍ਰੀ ਅੰਗਦ ਬੰਧਨ ਠਾਨੀ। ਗੁਰੂ ਬਾਬਾ ਜੀ ਦੇ ਬਚਨ ਸੁਣ ਕੇ ਗੁਰੂ ਅੰਗਦ ਸਾਹਿਬ ਨੇ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਬੀਨ ਬੀਨ ਨੀਕੇ ਗੁਰਬਾਣੀ। ਔਰ ਗੁਰਬਾਣੀ ਜਿੱਥੇ ਜਿੱਥੇ ਵੀ ਸੀ ਉਹ ਗੁਰੂ ਅੰਗਦ ਸਾਹਿਬ ਨੇ ਸਾਰੀਆਂ ਪੌੜੀਆਂ ਜਪਜੀ ਸਾਹਿਬ ਦੀਆਂ ਪਹਿਲਾਂ ਮੂਲ ਮੰਤਰ ਲਿਖਿਆ, ਫਿਰ ਅੱਗੇ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਨੂੰ ਇਕੱਤਰ ਕੀਤਾ। ਆਨ ਸੁਨਾਵਨ ਕੀਨ ਸੁਹਾਨੀ। ਸਾਰੀ ਬਾਣੀ ਨੂੰ ਇਕੱਠਿਆਂ ਕਰਕੇ ਉਹ ਬਾਣੀ ਆ ਕੇ ਜਪਜੀ ਸਾਹਿਬ ਦੀ ਗੁਰੂ ਨਾਨਕ ਸਾਹਿਬ ਨੂੰ ਸੁਣਾਈ। ਤਬ ਜਪ ਨਾਮ ਤਰਿਓ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਦਾ ਨਾਮ ਰੱਖਿਆ ਜਪ ਬਾਣੀ। ਆਪਾਂ ਸਤਿਕਾਰ ਨਾਲ ਜਪ ਜੀ ਸਾਹਿਬ ਕਹਿ ਦਿੰਨੇ ਆ, ਗੁਰਬਾਣੀ ਦਾ ਨਾਮ ਹੈ ਜਪ। ਜਪ ਨਿਸ਼ਾਨ ਏਦਾਂ ਵੀ ਨਾਮ ਹੁੰਦਾ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਨੇ ਜਿਹੜਾ ਅਖੀਰਲਾ ਸ਼ਲੋਕ ਮਹਾਂਪੁਰਸ਼ ਦੱਸਦੇ, ਉਹ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਨਾਲ ਇੱਕਮਿਕ ਹੋਣ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੇ ਉੱਚਾ ਇਹ ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਇਹ ਦੋ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ। ਇੱਕ ਵਾਰੀ ਜਪਜੀ ਸਾਹਿਬ ਦੀ ਸਮਾਪਤੀ ਤੇ, ਇੱਕ ਵਾਰ ਮਾਝ ਦੀ ਵਾਰ ਚ ਉੱਥੇ ਸ਼ਲੋਕ ਮਹੱਲਾ ਦੂਜਾ ਲਿਖਿਆ ਹੋਇਆ। ਦੂਸਰੇ ਪਾਤਸ਼ਾਹ ਗੁਰੂ ਅੰਗਦ ਥੋੜੇ ਜਿਹੇ ਫਰਕ ਨਾਲ ਇੱਥੇ ਪੌਣ ਆਉਂਦਾ, ਉੱਥੇ ਪਵਨ ਆਉਂਦਾ ਹੈ। ਇਸੇ ਤਰ੍ਹਾਂ ਇੱਥੇ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਆਉਂਦਾ, ਹੋਰ ਉੱਥੇ ਹੋਰ ਸ਼ਬਦ ਹੋਰ ਕੇਤੀ ਛੁੱਟੀ ਨਾਲ, ਏਦਾਂ ਥੋੜੇ ਥੋੜੇ ਫਰਕ ਦੇ ਨਾਲ ਦਿਵਸ ਦੇ ਥਾਂ ਤੇ ਦਿਨਸ ਹੈ। ਇਹ ਫਰਕ ਹੈ ਸ਼ਲੋਕਾਂ ਵਿੱਚ। ਹਾਂਜੀ, ਸ਼੍ਰੀ ਮੁਖ ਤੇ ਮਹਿਮਾ ਪੁਨ ਪਾਖੀ। ਸਤਿਗੁਰੂ ਜੀ ਨੇ ਇਸ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਆਪਣੇ ਮੁਖੋਂ ਉਚਾਰਨ ਕੀਤੀ। ਸੁਣੋ ਖਾਲਸਾ ਜੀ, ਜਪਜੀ ਸਾਹਿਬ ਦੀ ਮਹਿਮਾ। ਜੋ ਨਰ ਹੋਵੇ ਸਿੱਖੀ ਅਬਿਲਾਖੀ। ਜਿਹੜਾ ਨਰ ਸਿੱਖੀ ਦੀ ਅਬਲਾਖਾ ਰੱਖਦਾ ਵੀ ਮੈਨੂੰ ਸਿੱਖੀ ਦਾ ਦਾਨ ਮਿਲੇ, ਜਿਹੜਾ ਵੀ ਨਰ ਕੋਈ ਵੀ ਪ੍ਰਾਣੀ ਮਾਤਰ ਜਿਹੜਾ ਚਾਹੁੰਦਾ ਵੀ ਮੈਨੂੰ ਸਿੱਖੀ ਦਾ ਦਾਨ ਪ੍ਰਾਪਤ ਹੋਵੇ, ਇਸ ਮੈਂ ਉਠੇ ਸੇ ਕਰੇ ਇਸ਼ਨਾਨਾ। ਉਹ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ। ਜਪ ਪੜ੍ਹੈ ਇੱਕ ਚਿਤ ਸਾਵਧਾਨਾ। ਔਰ ਸਾਵਧਾਨ ਹੋ ਕੇ ਇੱਕ ਮਨ ਇੱਕ ਚਿੱਤ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ। ਹਾਂਜੀ,
ਅਰਥ ਵਿਚਾਰ ਕਰੇ ਉਰਮਾਈ ਔਰ ਪਾਠ ਕਰਦਿਆਂ ਨਾਲ ਨਾਲ ਅਰਥਾਂ ਦੀ ਵਿਚਾਰ ਕਰੇ। ਮੁਕਤ ਹੋਏ ਸੋ ਸੰਸੇ ਉਹਨੂੰ ਨਾਈ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ, ਉਹ ਮੁਕਤ ਹੋਵੇਗਾ, ਇਹਦੇ ਚ ਕਿਸੇ ਪ੍ਰਕਾਰ ਦਾ ਸੰਸਾ ਤੇ ਸੰਦੇਹ ਨਹੀਂ। ਜਪਜੀ ਸੇਵਨ ਪ੍ਰੀਤ ਸੁਜਾਹੀ ਜਿਹੜੇ ਜਪਜੀ ਸਾਹਿਬ ਦਾ ਪਾਠ ਪ੍ਰੇਮ ਸਹਿਤ ਕਰਨਗੇ ਮਮ ਸਮੀਪ ਪ੍ਰਾਪਤ ਹੋਏ ਤਾਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਪਜੀ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਮੇਰੇ ਨਿਕਟ ਮੇਰੇ ਕੋਲ ਆਉਣਗੇ, ਉਹਨਾਂ ਨੂੰ ਮੇਰੀ ਸਮੀਪਤਾ ਪ੍ਰਾਪਤ ਹੋਵੇਗੀ। ਜਪਜੀ ਸਾਹਿਬ ਦਾ ਪਾਠ ਕਰਨ ਵੇਲੇ ਉਹ ਜਾਣਿਆ ਕਰੋ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਬੈਠੇ ਆ, ਉਹਨਾਂ ਦੀ ਬਾਣੀ ਉਹਨਾਂ ਦਾ ਸਰੂਪ ਹੈ। ਸਤਿ ਸ੍ਰੀ ਅਕਾਲ। ਪਰ ਸਾਡਾ ਤਾਂ ਜਪਜੀ ਸਾਹਿਬ ਦਾ ਪਾਠ ਇਸ਼ਨਾਨ ਪਾਨ ਕਰਦੇ ਨਿਕਲ ਜਾਂਦਾ ਹੈ ਵੀ ਛੇਤੀ ਛੇਤੀ ਸਮਾਪਤੀ ਹੋਵੇ। ਆਸਣ ਤੇ ਬਹਿ ਕੇ ਪ੍ਰੇਮ ਸਹਿਤ ਬਾਣੀ ਪੜੋ, ਇਉਂ ਸਮਝ ਕੇ ਵੀ ਗੁਰੂ ਸਾਹਿਬ ਜੀ ਦੇ ਸਮੀਪ ਬੈਠੇ ਆ। ਮਹਾਰਾਜ ਜੀ ਕਹਿੰਦੇ ਜਿਹੜੇ ਪੜਨਗੇ ਨਾ ਪ੍ਰੇਮ ਸਹਿਤ, ਉਹ ਅੰਤ ਨੂੰ ਮੇਰੇ ਕੋਲ ਆਉਣਗੇ, ਉਹਨਾਂ ਨੂੰ ਮੇਰੀ ਸਮੀਪਤਾ ਪ੍ਰਾਪਤ ਹੋਵੇਗੀ। ਤਰੇ ਕਾਮਨਾ ਪੜ੍ਹੈ ਇੱਕ ਮਨ ਜਿਹੜੇ ਮਨ 'ਚ ਕੋਈ ਕਾਮਨਾ ਧਾਰ ਕੇ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਨਗੇ, ਹੋਏ ਸੰਪੂਰਨ ਤੈ ਕੀ ਤਤ ਛਿਨ ਕਾਮਨਾ ਦੀ ਪੂਰਤੀ ਤਤ ਛਿਨ ਹੋਵੇਗੀ। ਯੰਤਰ ਮੰਤਰ ਪੁਨ ਤੰਤਰ ਮਾਨਾ ਕਹਿੰਦੇ ਦੁਨੀਆ 'ਚ ਜੰਤਰ ਮੰਤਰ ਤੰਤਰ ਬਹੁਤ ਪ੍ਰਕਾਰ ਦੇ ਹਨ। ਭੂਤ ਜੇ ਪ੍ਰੇਤ ਦੈਂਤ ਬਲਵਾਨਾ ਭੂਤ ਨੇ ਪ੍ਰੇਤ ਨੇ ਦੈਂਤ ਜਖ ਆਦਿਕ ਬਲਵਾਨ ਹਨ। ਤੈ ਸਮੀਪ ਨੇ ਆਵੇ ਕੋਈ ਜਿਹੜਾ ਗੁਰਸਿੱਖ ਤਿਆਰ ਬਰ ਤਿਆਰ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਦਾ, ਉਹਦੇ ਤੇ ਨਾ ਕੋਈ ਤੰਤਰ ਨਾ ਕੋਈ ਮੰਤਰ ਨਾ ਕੋਈ ਕਾਲਾ ਜਾਦੂ ਇਲਮ ਭੂਤ ਪ੍ਰੇਤ ਕੁਝ ਵੀ ਉਹਨਾਂ ਨੂੰ ਨਹੀਂ ਵਿਆਪਦਾ, ਜਿਹੜੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ ਨੇ। ਪਠਨ ਪ੍ਰੀਤ ਨਿਤ ਨਰ ਜੇ ਹੋਈ ਜਿਹੜੇ ਨਰ ਪ੍ਰੇਮ ਸਹਿਤ ਨਿਤਾ ਪ੍ਰਤੀ ਨਿਤ ਨੇਮ ਨਾਲ ਇਸ ਬਾਣੀ ਨੂੰ ਪੜ੍ਹਦੇ ਹਨ। ਮਾਨੁਖ ਦੇ ਜੀਵ ਜਿਨ ਪਾਈ ਜਿਨ੍ਹਾਂ ਨੂੰ ਮਨੁੱਖੀ ਦੇਹ ਪ੍ਰਾਪਤ ਹੋਈ, ਉਹਨਾਂ ਦੀ ਦੇਹ ਸਫਲ ਹੋ ਜਾਂਦੀ ਹੈ। ਕਹਿੰਦੇ ਜਿਹੜੇ ਮਨੁੱਖ ਬਣੇ ਨੇ, ਜਿਨ੍ਹਾਂ ਨੂੰ ਮਾਨਵੀ ਸਰੀਰ ਪ੍ਰਾਪਤ ਹੋਇਆ, ਜਪ ਬਿਹੀਨ ਹੋਏ ਬਾਦ ਗਵਾਈ ਤੇ ਮਨੁੱਖੀ ਜਾਮਾ ਪ੍ਰਾਪਤ ਕਰਕੇ ਜਿਹੜੇ ਜਪਜੀ ਸਾਹਿਬ ਨਹੀਂ ਪੜ੍ਹਦੇ, ਉਹਨਾਂ ਦਾ ਇਹ ਮਨੁੱਖੀ ਜਾਮਾ ਹੀ ਵਿਅਰਥ ਬੀਤ ਜਾਂਦਾ ਹੈ। ਖਾਲਸਾ ਜੀ ਨਹੀਂ ਪੜ੍ਹ ਸਕਦੇ ਤੇ ਸੁਣਨ ਦਾ ਵੀ ਓਨਾ ਹੀ ਮਹਾਤਮ ਹੈ। ਸਿੱਖਨ ਯੋਗ ਮੰਤਰ ਗੁਰ ਕੇਰਾ ਸਿੱਖਾਂ ਲਈ ਯੋਗ ਮੰਤਰ ਹੈ ਜਪਜੀ ਸਾਹਿਬ। ਕਿਤੇ ਉਤ ਨਿਤ ਸੁਖ ਦੇਤ ਕਨੇਰਾ ਤੇ ਦੋਹਾਂ ਜਹਾਨਾਂ 'ਚ ਕਨੇਰਾ ਸੁਖ ਦੇਣ ਵਾਲਾ ਹੈ। ਹੋਏ ਸਿੱਖ ਜਪ ਕੰਠ ਨਕੀਨੋ ਜਿਹੜਾ ਹੋਵੇ ਸਿੱਖ ਤੇ ਜਪਜੀ ਸਾਹਿਬ ਵੀ ਉਹਨੂੰ ਕੰਠ ਨਾ ਹੋਵੇ ਸਿੱਖ ਤੇ ਜਪਜੀ ਸਾਹਿਬ ਉਹਨੂੰ ਕੰਠ ਨਾ ਹੋਵੇ। ਨਾਉ ਤਰੀਕ ਬੇਖ ਤਰ ਲੀਨੋ ਉਹ ਕੇਵਲ ਭੇਖੀ ਸਿੱਖ ਹੋ ਸਕਦਾ, ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਜਿਹੜਾ ਮਨੁੱਖੀ ਸਰੀਰ ਹੈ, ਸਿੱਖਾਂ ਦੇ ਘਰੇ ਜੰਮ ਕੇ ਜਪਜੀ ਸਾਹਿਬ ਨੇ ਕੰਠ ਕੀਤਾ, ਕਹਿੰਦੇ ਭਾਈ ਉਹ ਨਾ ਉਹ ਤਰੀਕ ਸਿੱਖ ਹੈ, ਕੱਲਾ ਨਾਂ ਦਾ ਹੀ ਸਿੱਖ ਹੈ ਨਹੀਂ ਉਹ। ਹਾਂਜੀ, ਇਸ ਤੇ ਔਰ ਨ ਕੋ ਵਿਦ ਉੱਚੀ ਇਸ ਜਪਜੀ ਸਾਹਿਬ ਤੋਂ ਉੱਚੀ ਵਿਧੀ ਕੋਈ ਨਹੀਂ। ਜਪ ਸੇਵਨ ਇੱਕ ਮਨ ਹੋਏ ਸੂਚੀ ਜਿਹੜੇ ਇਸ ਜਪਜੀ ਸਾਹਿਬ ਨੂੰ ਸੇਵਦੇ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ। ਕਾਮ ਤੇਨ ਚਿੰਤਾ ਮਨ ਸੁਰ ਤੁਰ ਕਹਿੰਦੇ ਕਾਮ ਧੇਨ ਗਊ ਹੈ, ਕਹਿੰਦੇ ਜਿਹਦੇ ਕੋਲ ਜੋ ਮੰਗੀਏ ਮਿਲਦਾ, ਚਿੰਤਾਮਣੀ ਜੋ ਚਿਤਵੀਏ ਪੂਰਾ ਹੁੰਦਾ, ਕਲਪ ਬਰੇਚਾ ਜਿਹੜਾ ਫਲ ਮੰਗੀ ਉਹਦੇ ਕੋਲੋਂ ਮਿਲਦਾ। ਇਹ ਜਿਹੜੀਆਂ ਚੀਜ਼ਾਂ ਹਨ ਕਰ ਨਾ ਸਕੇ ਆਦ ਤਿਲ ਸਮਸਰ ਕਹਿੰਦੇ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਬਰਾਬਰ ਕਾਮ ਧੇਨ ਚਿੰਤਾਮਣੀ ਤੇ ਕਲਪ ਬ੍ਰਿਛ ਕਰੋੜਾਂ ਹੋ ਜਾਣ ਤੇ ਜਪਜੀ ਸਾਹਿਬ ਦੇ ਬਰਾਬਰ ਇੱਕ ਤਿਲ ਮਾਤਰ ਵੀ ਬਰਾਬਰੀ ਨਹੀਂ ਕਰ ਸਕਦੇ। ਜਪਜੀ ਸਾਹਿਬ ਦੀ ਬਾਣੀ ਦਾ ਐਡਾ ਵੱਡਾ ਮਹਾਤਮ ਹੈ। ਦੋਹਰਾ ਮਹਿਮਾ ਬਰਨੀ ਅਲਪ ਮੈਂ ਕਹਿ ਨਾ ਜਾਏ ਮਤ ਮੰਦ ਕਹਿੰਦੇ ਮਹਾਕਵੀ ਜੀ ਕਹਿੰਦੇ ਜਪਜੀ ਸਾਹਿਬ ਦੀ ਮਹਿਮਾ ਬੜੀ ਮਹਾਨ ਹੈ। ਮੈਂ ਅਲਪ ਮਤ ਵਾਲੇ ਤੁੱਛ ਜੀ ਬੁੱਧੀ ਵਾਲੇ ਜੀਵ ਨੇ ਕਿੰਨੀ ਕੁ ਮਹਿਮਾ ਵਰਣਨ ਕਰ ਸਕਣੀ ਹੈ। ਉੱਚੇ ਅਗਾਧ ਅਕਥ ਹੈ ਜੋ ਜਪ ਜੀ ਸੁਖ ਕੰਦ ਸਾਹਿਬ ਦੀ ਪਾਵਨ ਬਾਣੀ ਉੱਚੀ ਹੈ, ਅਗਾਧ ਹੈ, ਅਕਥ ਹੈ,
ਹੇ ਭਾਈ, ਇਹ ਸੁੱਖਾਂ ਦਾ ਮੂਲ ਹੈ, ਇਹਦੇ ਚੋਂ ਸਰਬ ਸੁੱਖ ਪ੍ਰਾਪਤ ਹੁੰਦੇ ਹਨ। ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਮਹਿਮਾ ਸਤਿਗੁਰੂ ਜੀ ਨੇ ਦੱਸੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨੇ ਬਾਣੀ ਸਾਡੇ ਹਿਰਦਿਆਂ 'ਚ ਵਸੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਏਓ, ਨਾਨਕ ਚਾਉ ਏਓ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ